ਖੁਸ਼ਵੰਤ ਸਿੰਘ ਦੀ ਪੁਸਤਕ ਸਿੱਖ ਇਤਿਹਾਸ ਭਾਗ ਦੂਸਰਾ ਦਾ ਪੰਜਵਾਂ ਭਾਗ ਬਟਵਾਰੇ ਦੀ ਸਿਆਸਤ, ਸੁਤੰਤਰਤਾ ਤੇ ਸਿੱਖ ਵਤਨ ਦੀ ਮੰਗ। ਕਾਂਡ 18 ਆਪਣਾ ਰਾਜ। ਸਿੱਖ ਮਨਾਂ ਵਿੱਚੋਂ ਪ੍ਰਭੂਤਾ ਸੰਪੰਨ ਸਿੱਖ ਰਾਜ ਦਾ ਸੰਕਲਪ ਕਦੇ ਵੀ ਬਹੁਤਾ ਦੂਰ ਨਹੀਂ ਰਿਹਾ। ਗੁਰੂ ਗੋਬਿੰਦ ਸਿੰਘ ਦੇ ਦਿਨਾਂ ਤੋਂ ਹੀ ਸਿੱਖ ਸੰਗਤ ਰਾਜ ਕਰੇਗਾ ਖਾਲਸਾ ਦੇ ਸ਼ਬਦ ਹਰ ਰੋਜ਼ ਆਪਣੀ ਰੋਜ਼ਾਨਾ ਅਰਦਾਸ ਪਿੱਛੋਂ ਉਚਾਰਦੀ ਰਹੀ ਹੈ। ਇਸ ਇੱਛਾ ਦੀ ਪੂਰਤੀ ਲਈ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ। ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਕਾਇਮ ਹੋਣ ਨਾਲ ਉਹਨਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਕਿ ਸਿੱਖਾਂ ਦੀ ਕਿਸਮਤ ਵਿੱਚ ਰਾਜ ਕਰਨਾ ਹੀ ਲਿਖਿਆ ਹੈ। ਰਾਜ ਦਾ ਪਤਨ ਇੱਕ ਆਰਜ਼ੀ ਧੱਕਾ ਹੀ ਸੀ ਤੇ ਸ਼ੁਰੂ ਵਿੱਚ ਅੰਗਰੇਜ਼ਾਂ ਪ੍ਰਤੀ ਵਫਾਦਾਰੀ ਦੇ ਬਾਵਜੂਦ ਜਦੋਂ ਭਾਰਤ ਲਈ ਹੋਮ ਰੂਲ ਦੀ ਚਰਚਾ ਹੁੰਦੀ ਸੀ, ਸਿੱਖ ਨੇਤਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜੇ ਅੰਗਰੇਜ਼ਾਂ ਨੇ ਜਾਣਾ ਹੀ ਹੈ ਤਾਂ ਉਚਿਤ ਇਹੋ ਹੈ ਕਿ ਉਹ ਪੰਜਾਬ ਸਿੱਖਾਂ ਦੇ ਹਵਾਲੇ ਕਰ ਜਾਣ, ਜਿਨ੍ਹਾਂ ਤੋਂ ਉਹਨਾਂ ਨੇ ਗਲਤ ਢੰਗ ਨਾਲ ਖੋਹਿਆ। ਸਿੱਖਾਂ ਨੂੰ ਸਰਕਾਰ ਦੇ ਬਦਲਦੇ ਸੰਕਲਪਾਂ ਤੇ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚਾਰਾਂ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਬਹੁ ਗਿਣਤੀ ਦੇ ਰਾਜ ਦਾ ਸੰਕਲਪ ਲਿਆਂਦਾ, ਜਿਸ ਦਾ ਭਾਵ ਇਹ ਸੀ ਕਿ ਗਿਣਤੀ ਦੇ ਮੁਕਾਬਲੇ ਸਾਹਸ ਤੇ ਮਿਲਕ ਜਾਇਦਾਦ ਦਾ ਕੋਈ ਮਹੱਤਵ ਨਹੀਂ ਸੀ ਤੇ ਗਿਣਤੀ ਦੇ ਪੱਖੋਂ ਤਾਂ ਪੰਜਾਬ ਵਿੱਚ ਸਿੱਖ ਵਸੋਂ ਮਸਾਂ 12 ਤੋਂ 13% ਸੀ ਤੇ ਭਾਰਤ ਦੀ ਕੁੱਲ ਵਸੋਂ ਵਿੱਚ ਸਿੱਖ 1% ਸਨ। ਜੇ ਰਾਜ ਕਰਨ ਦਾ ਅਧਿਕਾਰ ਸਿਰਾਂ ਦੀ ਗਿਣਤੀ ਨਾਲ ਨਿਰਧਾਰਤ ਕੀਤਾ ਜਾਣਾ ਹੈ ਤਾਂ ਫਿਰ ਭਾਰਤ ਦੇ ਬਹੁਤੇ ਹਿੱਸੇ ਤੇ ਹਿੰਦੂ ਰਾਜ ਕਰਨਗੇ ਤੇ ਮੁਸਲਿਮ ਬਹੁ ਗਿਣਤੀ ਦੇ ਖੇਤਰ ਸਣੇ ਪੰਜਾਬ ਦੇ ਮੁਸਲਮਾਨਾਂ ਦੇ ਅਧੀਨ ਹੋਣਗੇ। ਸਿੱਖਾਂ ਦੀ ਸਾਰੀ ਤਾਕਤ ਇਸ ਪਾਸੇ ਲੱਗੀ ਹੋਈ ਸੀ ਕਿ ਪੰਜਾਬ ਉੱਪਰ ਰਾਜ ਕਰਨ ਦੇ ਮੁਸਲਮਾਨਾਂ ਦੇ ਮਨਸੂਬੇ ਨੂੰ ਅਸਫਲ ਬਣਾਉਣ। ਸਿੱਖ ਨੇਤਾਵਾਂ ਦੀ ਪਹਿਲੀ ਚਾਲ ਇਹ ਸੀ ਕਿ ਉਹ ਲੋਕਤੰਤਰੀ ਦਲੀਲ ਦੀ ਮੁਸਲਮਾਨਾਂ ਵਿਰੁੱਧ ਵਰਤੋਂ ਕਰਨ। ਉਹਨਾਂ ਨੇ ਸਾਂਝੇ ਚੋਣ ਹਲਕਿਆਂ ਦੀ ਮੰਗ ਲਈ ਹਿੰਦੂਆਂ ਦਾ ਸਾਥ ਦਿੱਤਾ ਤੇ ਘੱਟ ਗਿਣਤੀਆਂ ਦੇ ਖਾਸ ਅਧਿਕਾਰਾਂ ਦੇ ਖਾਤਮੇ ਦੀ ਮੰਗ ਕੀਤੀ, ਕਿਉਂਕਿ ਉਹਨਾਂ ਦੇ ਖਿਆਲ ਇਸ ਤਰ੍ਹਾਂ ਮੁਸਲਮਾਨਾਂ ਦੀ ਫਿਰਕਾ ਪ੍ਰਸਤੀ ਕਮਜ਼ੋਰ ਹੋ ਜਾਵੇਗੀ। ਜਦੋਂ ਮੁਸਲਮਾਨ ਵੱਖਰੇ ਚੋਣ ਹਲਕੇ ਤੇ ਅਧਿਕਾਰ ਲੈਣ ਵਿੱਚ ਕਾਮਯਾਬ ਹੋ ਗਏ ਤਾਂ ਸਿੱਖਾਂ ਨੇ ਆਪਣੇ ਲਈ ਵੀ ਉਹ ਅਧਿਕਾਰ ਤੇ ਰਿਆਸਤਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਉਹਨਾਂ ਦਾ ਮਹੱਤਵ ਹਿੰਦੂਆਂ ਨਾਲ ਮਿਲਣ ਮਗਰੋਂ ਮੁਸਲਮਾਨਾਂ ਨਾਲੋਂ ਵਧੇਰੇ ਹੋ ਜਾਵੇ। ਉਹਨਾਂ ਨੇ ਆਪਣੇ ਢੰਗ ਤਰੀਕੇ 20 ਸਾਲ ਲਈ ਅਪਣਾਏ ਤੇ ਫਿਰ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਕੋਈ ਵੀ ਸਰਕਾਰ ਮੁਸਲਮਾਨਾਂ ਦੀ ਬਹੁ ਗਿਣਤੀ ਨੂੰ ਘੱਟ ਗਿਣਤੀ ਵਿੱਚ ਤਬਦੀਲ ਨਹੀਂ ਕਰ ਸਕਦੀ। ਫਿਰ ਵਿਰੋਧ ਦਾ ਤੀਸਰਾ ਰਾਹ ਲੱਭ ਲਿਆ ਗਿਆ, ਜਿਸ ਅਨੁਸਾਰ ਪੰਜਾਬ ਦੀ ਦੁਬਾਰਾ ਹੱਦਬੰਦੀ ਕਰਨ ਦੀ ਤੇ ਗੈਰ ਮੁਸਲਿਮ ਬਹੁ ਗਿਣਤੀ ਵਾਲੇ ਖੇਤਰਾਂ ਨਾਲੋਂ ਮੁਸਲਿਮ ਬਹੁ ਗਿਣਤੀ ਵਾਲੇ ਪੱਛਮ ਦੇ ਖੇਤਰਾਂ ਨੂੰ ਅੱਡ ਕਰਨ ਦੀ ਮੰਗ ਕੀਤੀ ਗਈ। ਇਸ ਤਜਵੀਜ਼ ਉੱਪਰ ਕਿਸੇ ਨੇ ਵੀ ਧਿਆਨ ਨਾ ਦਿੱਤਾ। 1935 ਦੇ ਗੌਰਮੈਂਟ ਐਕਟ ਆਫ ਇੰਡੀਆ ਨੇ ਸਿੱਖਾਂ ਦੇ ਡਰ ਭੈ ਨੂੰ ਸਹੀ ਸਾਬਤ ਕਰ ਦਿੱਤਾ। ਪੰਜਾਬ ਨੂੰ ਵੀ ਭਾਰਤ ਦੇ ਦੂਸਰੇ ਸੂਬਿਆਂ ਵਾਂਗ ਖੁਦਮਪਤਾਰੀ ਮਿਲ ਗਈ। ਮੁਸਲਿਮ ਪ੍ਰਭਾਵਸ਼ਾਲੀ ਯੂਨੀਅਨਿਸਟ ਪਾਰਟੀ ਹੱਥਰਾਜ ਦੀ ਵਾਗਡੋਰ ਆ ਗਈ ਤੇ ਉਸਨੇ ਆਪਣੀ ਵਧੀ ਹੋਈ ਤਾਕਤ ਨਾਲ ਸਿੱਖ ਪ੍ਰਤੀਨਿਧਤਾ ਨੂੰ ਉਹਨਾਂ ਦੀ ਗਿਣਤੀ ਅਨੁਸਾਰ ਘਟਾਉਣ ਦੀ ਨੀਤੀ ਨੂੰ ਜਾਰੀ ਰੱਖਿਆ। ਸਿੱਖ ਰਾਜ ਦਾ ਸੰਕਲਪ ਮੁੜ ਸੁਰਜੀਤ ਕੀਤਾ ਗਿਆ। ਜਿਉਂ ਹੀ ਮੁਸਲਮਾਨਾਂ ਦੀ ਪਾਕਿਸਤਾਨ ਲਈ ਮੰਗ ਉਭਰੀ, ਇਹ ਸੰਕਲਪ ਵੀ ਜ਼ੋਰ ਫੜ ਗਿਆ। ਬਰਤਾਨੀਆ ਵੱਲੋਂ ਸੱਤਾ ਤਿਆਗ ਦੇਣ ਦੇ ਪਹਿਲੇ ਸੰਕਟਮਈ ਸਾਲਾਂ ਵਿੱਚ ਸਿੱਖ ਨੇਤਾ ਹੌਸਲੇ ਨਾਲ ਸਿੱਖ ਰਾਜ ਦੀ ਮੰਗ ਕਰਨ ਦੀ ਥਾਂ ਜਿਸ ਦੀ ਸਿੱਖ ਜਨਤਾ ਮੰਗ ਕਰਦੀ ਸੀ, ਕਾਂਗਰਸ ਨੇਤਾਵਾਂ ਦੀ ਅਗਵਾਈ ਪ੍ਰਵਾਨ ਕਰਦੇ ਰਹੇ ਤੇ ਅਜਿਹੇ ਵਿਚਾਰ ਕੇਵਲ ਪਾਕਿਸਤਾਨ ਦੀ ਮੰਗ ਦਾ ਵਿਰੋਧ ਕਰਨ ਲਈ ਪੇਸ਼ ਕਰਦੇ ਰਹੇ। ਇਤਿਹਾਸਕ, ਆਰਥਿਕ, ਦਰਿਆਈ ਨਕਸ਼ੇ ਤੇ ਭੂਗੋਲਿਕ ਪੱਖੋਂ ਵਿਚਾਰਾਂ ਨੂੰ ਗੈਰ ਮੁਸਲਿਮ ਪੰਜਾਬ ਦਾ ਆਕਾਰ ਵਧਾ ਕੇ ਦੱਸਣ ਲਈ ਪੇਸ਼ ਕੀਤਾ ਗਿਆ ਤਾਂ ਜੋ ਬਾਕੀ ਬਚਿਆ ਪੰਜਾਬ ਇੱਕ ਮਜ਼ਾਕ ਬਣ ਕੇ ਰਹਿ ਜਾਏ। ਕਿਸੇ ਨੇ ਵੀ ਇਸ ਪਹੁੰਚ ਨੂੰ ਗੰਭੀਰਤਾ ਨਾਲ ਨਾ ਲਿਆ। ਜਿਉਂ ਹੀ ਪੰਜਾਬ ਦੇ ਬਟਵਾਰੇ ਦੀ ਤਾਰੀਖ ਨੇੜੇ ਆਈ, ਸਿੱਖ ਨੇਤਾ ਦੁਵਿਧਾ ਵਿੱਚ ਪੈ ਗਏ ਕਿ ਉਹ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸ ਨਾਲ ਜਾਣ। ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਜੇ ਉਹਨਾਂ ਪਾਕਿਸਤਾਨ ਵਿੱਚ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ ਤਾਂ ਉਹ ਉਹਨਾਂ ਦੀ ਜਾਨ, ਮਾਲ, ਜਾਇਦਾਦ, ਧਰਮ ਦੀ ਆਜ਼ਾਦੀ ਤੇ ਜੋ ਅਧਿਕਾਰ ਉਹਨਾਂ ਨੂੰ ਅੰਗਰੇਜ਼ਾਂ ਸਮੇਂ ਮਿਲੇ, ਉਹਨਾਂ ਦੀ ਸੁਰੱਖਿਆ ਦੀ ਜ਼ਾਮਨੀ ਦੇਵੇਗਾ। ਦੂਸਰੇ ਪਾਸੇ ਕਾਂਗਰਸ ਦੇ ਨੇਤਾਵਾਂ ਨੇ, ਜਿਨ੍ਹਾਂ ਨਾਲ ਉਹਨਾਂ ਦੇ ਮੁਸਲਿਮ ਲੀਗ ਦੇ ਨੇਤਾਵਾਂ ਨਾਲੋਂ ਵਧੇਰੇ ਨਿਕਟਵਰਤੀ ਸਬੰਧ ਸਨ, ਕਈ ਵਾਰ ਤਸੱਲੀ ਦਵਾਈ ਕਿ ਭਾਰਤ ਨੂੰ ਉਹ ਆਪਣਾ ਘਰ ਯਾਨੀ ਵਤਨ ਸਮਝਣ। ਮਾਰਚ 1931 ਵਿੱਚ ਗੁਰਦੁਆਰਾ ਸੀਸਗੰਜ ਵਿੱਚ ਬੋਲਦਿਆਂ ਮਹਾਤਮਾ ਗਾਂਧੀ ਨੇ ਕਿਹਾ, ਸਿੱਖ ਮਿੱਤਰਾਂ ਨੂੰ ਕੋਈ ਐਸਾ ਡਰ ਨਹੀਂ ਹੋਣਾ ਚਾਹੀਦਾ ਕਿ ਕਾਂਗਰਸ ਉਹਨਾਂ ਨਾਲ ਧੋਖਾ ਕਰੇਗੀ, ਕਿਉਂਕਿ ਜਦੋਂ ਵੀ ਉਸਨੇ ਐਸਾ ਕੀਤਾ ਉਸ ਨਾਲ ਕਾਂਗਰਸ ਤੇ ਮੁਲਕ ਦੀ ਵੀ ਬਰਬਾਦੀ ਹੋਏਗੀ। ਇਸ ਦੇ ਉਪਰੰਤ ਸਿੱਖ ਇੱਕ ਮਹਾਨ ਕੌਮ ਹਨ। ਜੇ ਮੌਕਾ ਆ ਵੀ ਜਾਵੇ ਤਾਂ ਉਹ ਜਾਣਦੇ ਹਨ ਕਿ ਕਿਵੇਂ ਸ਼ਸਤਰਧਾਰੀ ਹੋ ਕੇ ਆਪਣੇ ਹੱਕਾਂ ਦੀ ਰਖਵਾਲੀ ਕੀਤੀ ਜਾਂਦੀ ਹੈ। ਜਿਸ ਸਮੇਂ ਬਰਤਾਨਵੀ ਹੱਥਾਂ ਵਿੱਚੋਂ
ਹਕੂਮਤ ਭਾਰਤੀ ਹੱਥਾਂ ਵਿੱਚ ਦੇਣ ਦੀ ਗੱਲਬਾਤ ਚੱਲ ਰਹੀ ਸੀ ਤਾਂ ਜਵਾਹਰ ਲਾਲ ਨਹਿਰੂ ਨੇ ਜੁਲਾਈ 1946 ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਵਿੱਚ ਬੋਲਦਿਆਂ ਸਿੱਖਾਂ ਨੂੰ ਹੋਰ ਵੀ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਅਧਿਕਾਰਾਂ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੋਈ ਗਲਤ ਗੱਲ ਨਹੀਂ ਜਾਪਦੀ ਜੇ ਉਹਨਾਂ ਲਈ ਵੀ ਉੱਤਰ ਵਿੱਚ ਇੱਕ ਖਿੱਤਾ ਜਾਂ ਖੇਤਰ ਹੋਵੇ ਜਿੱਥੇ ਸਿੱਖ ਵਧੇਰੇ ਚਮਕ ਦਮਕ ਦੇ ਨਾਲ ਠਾਠ ਨਾਲ ਰਹਿ ਸਕਣ। ਸਿੱਖ ਨੇਤਾਵਾਂ ਨੇ ਫੈਸਲਾ ਕਰ ਲਿਆ ਕਿ ਉਹ ਆਪਣੇ ਫਿਰਕੇ ਦਾ ਭਵਿੱਖ ਜਿਨ੍ਹਾਂ ਦੇ ਇਕਰਾਰਾਂ ਤੇ ਪ੍ਰਤੀਗਿਆਵਾਂ ਦੇ ਕੋਲ ਗਿਰਵੀ ਨਹੀਂ ਰੱਖਣਗੇ, ਜਿਸ ਨੇ ਉੱਤਰ ਪੱਛਮੀ ਪੰਜਾਬ ਦੇ ਮੁਸਲਮਾਨਾਂ ਨੂੰ ਸਿੱਖਾਂ ਦੀ ਮਾਰ ਧਾੜ ਤੇ ਘਰਾਂ ਤੋਂ ਉਜਾੜ ਕੇ ਬਾਹਰ ਕੱਢਣ ਤੋਂ ਨਹੀਂ ਰੋਕਿਆ ਸੀ। ਸਦੀਆਂ ਦੇ ਸਿੱਖਾਂ ਮੁਸਲਮਾਨਾਂ ਦੇ ਵੈਰ ਨੇ ਵੀ ਜਿਨ੍ਹਾਂ ਨਾਲ ਸਮਝੌਤੇ ਉੱਪਰ ਆਪਣਾ ਭੈੜਾ ਪ੍ਰਭਾਵ ਪਾਇਆ। ਸਿੱਖ ਹਿੰਦੂਆਂ ਨਾਲ ਵਧੇਰੇ ਸੁਰੱਖਿਅਤ ਅਨੁਭਵ ਕਰਦੇ ਸਨ, ਜਿਨ੍ਹਾਂ ਨਾਲ ਮੁਸਲਮਾਨਾਂ ਦੇ ਨਾਲੋਂ ਉਹਨਾਂ ਦੀਆਂ ਵਧੇਰੇ ਸਾਂਝਾਂ ਸਨ। ਜਦੋਂ ਅਖੀਰ ਬਟਵਾਰੇ ਦੀ ਰੇਖਾ ਖਿੱਚੀ ਗਈ ਤਾਂ ਲਗਭਗ ਅੱਧੀ ਸਿੱਖ ਆਬਾਦੀ ਹੱਦ ਤੋਂ ਪਾਰ ਪਾਕਿਸਤਾਨ ਵਿੱਚ ਰਹਿ ਗਈ ਤੇ ਉਸਨੇ ਆਪਣੇ ਘਰ ਘਾਟ ਮਿਲਖਾਂ ਜਾਇਦਾਦਾਂ ਛਡਾ ਕੇ ਅਨਿਸ਼ਚਿਤ ਭਵਿੱਖ ਲੈ ਕੇ ਭਾਰਤ ਵੱਲ ਸਫ਼ਰ ਕੀਤਾ। ਜਿਹੜੇ ਪਾਕਿਸਤਾਨ ਛੱਡਣ ਤੋਂ ਝਿਜਕਦੇ ਰਹੇ ਉਹਨਾਂ ਨੂੰ ਕਤਲ ਕਰਕੇ ਮਾਰ ਧਾੜ ਨਾਲ ਕੱਢ ਦਿੱਤਾ ਗਿਆ। ਵੰਡ ਵੇਲੇ ਦੀ ਅਰਾਜਕਤਾ ਵਿੱਚ ਕੁਝ ਸਿੱਖ ਪੂਰਬੀ ਪੰਜਾਬ ਵਿੱਚ ਆਪਣੀ ਹਕੂਮਤ ਕਾਇਮ ਕਰਨ ਲਈ ਉਤਸ਼ਾਹਿਤ ਹੋ ਗਏ। ਸੌ ਸਾਖੀ ਦੀ ਇੱਕ ਹੋਰ ਜਿਲਦ ਕਿਧਰੋਂ ਕੱਢ ਲਿਆਂਦੀ ਗਈ, ਜਿਸ ਵਿੱਚ 1947 ਵਿੱਚ ਯਾਨੀ ਸੰਮਤ 1890 ਵਿੱਚ ਪਟਿਆਲਾ ਦੇ ਯਾਦਵਿੰਦਰ ਸਿੰਘ ਲਈ ਤਾਜ ਦੀ ਭਵਿੱਖਬਾਣੀ ਕੀਤੀ ਗਈ ਸੀ। ਮੋਤੀ ਬਾਗ ਮਹਿਲ ਵਿੱਚ ਵਿਸ਼ਾਲ ਪਟਿਆਲਾ ਦੀ ਹੀ ਆਮ ਚਰਚਾ ਸੀ। ਵਧੇਰੇ ਹਕੀਕਤ ਪਸੰਦ ਮਹਾਰਾਜਾ ਫਰੀਦਕੋਟ ਨੇ ਮਹਾਰਾਜਾ ਪਟਿਆਲੇ ਤੋਂ ਬਿਨਾਂ ਹੀ ਸਿੱਖ ਰਾਜ ਦੀ ਸਥਾਪਨਾ ਦਾ ਪ੍ਰਚਾਰ ਕੀਤਾ। ਆਜ਼ਾਦ ਹਿੰਦ ਫੌਜ ਦੇ ਸਿੱਖਾਂ ਨੇ ਆਪ ਫੌਜੀ ਰਾਜ ਪਲਟਾ ਕਰਨ ਦੀਆਂ ਡਿੰਗਾਂ ਮਾਰੀਆਂ। ਰਾਜਾਂ ਦੀਆਂ ਕਲਪਨਾਵਾਂ ਵਾਂਗ ਉਹਨਾਂ ਦੀਆਂ ਸੋਚਾਂ ਵੀ ਉਹਨਾਂ ਦੇ ਦਿਮਾਗਾਂ ਦੇ ਵਾਸ਼ਪਾਂ ਦੀ ਰਚਨਾ ਸਨ। ਉਹ ਸੁਪਨੇ ਹੀ ਲੈਂਦੇ ਸਨ ਤੇ ਸਾਹਸ ਘੱਟ ਹੀ ਕਰਦੇ ਸਨ। ਬਟਵਾਰੇ ਨਾਲ ਇੱਕ ਨਵੀਂ ਸਥਿਤੀ ਪੈਦਾ ਹੋ ਗਈ। ਪੱਛਮੀ ਪੰਜਾਬ ਤੋਂ ਆਏ ਸਿੱਖ ਕਾਸ਼ਤਕਾਰ ਤੇ ਜ਼ਿਮੀਂਦਾਰ ਪ੍ਰਵਾਸੀ ਘੱਗਰ ਦਰਿਆ ਤੱਕ ਜਾ ਕੇ ਰੁਕ ਗਏ, ਜਿਸ ਦਾ ਸਿੱਟਾ ਇਹ ਹੋਇਆ ਕਿ ਪੂਰਬੀ ਪੰਜਾਬ ਦੀਆਂ ਕੁਝ ਤਹਿਸੀਲਾਂ ਤੇ ਸਿੱਖ ਰਿਆਸਤਾਂ ਦੇ ਖੇਤਰਾਂ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋ ਗਈ। ਪਹਿਲੀ ਵਾਰ ਲੋਕਤੰਤਰੀ ਲੀਹਾਂ ਤੇ ਸਿੱਖ ਰਾਜ ਦੀ ਮੰਗ ਦਾ ਤਰਕ ਆਧਾਰਿਤ ਸਮਰਥਨ ਕੀਤਾ ਜਾ ਸਕਦਾ ਸੀ। ਆਜ਼ਾਦੀ ਮਗਰੋਂ ਦੀ ਹਾਲਤ ਨੇ ਬਹੁਤ ਸਾਰੇ ਸਿੱਖਾਂ ਦੇ ਮਨ ਵਿੱਚ ਆਪਣੇ ਆਪ ਨੂੰ ਹਿੰਦੂਆਂ ਨਾਲ ਜੋੜੇ ਜਾਣ ਦੇ ਫੈਸਲੇ ਦੀ ਸੂਝ-ਬੂਝ ਤੇ ਸੰਦੇਹ ਪੈਦਾ ਕਰ ਦਿੱਤਾ। ਜ਼ਮੀਨ ਤੇ ਸ਼ਹਿਰੀ ਜਾਇਦਾਦ ਜੋ ਮੁਸਲਮਾਨ ਛੱਡ ਗਏ ਸਨ, ਉਹਦੇ ਲਈ ਹਫੜਾ ਦਫੜੀ ਨੇ ਦੋਹਾਂ ਫਿਰਕਿਆਂ ਵਿੱਚ ਤੇ ਮੁਸਲਮਾਨਾਂ ਵੱਲੋਂ ਛੱਡੀ ਹੋਈ ਜ਼ਮੀਨ ਜੋ ਹਰਿਆਣੇ ਦੇ ਹਿੰਦੂਆਂ ਦੇ ਕਬਜ਼ੇ ਹੇਠ ਸੀ, ਉਸ ਕਾਰਨ ਉਹਨਾਂ ਨਾਲ ਪ੍ਰਵਾਸੀ ਸਿੱਖਾਂ ਦੇ ਸੰਬੰਧ ਵਿਗੜ ਗਏ। ਸਿੱਖ ਪ੍ਰਵਾਸੀ ਸ਼ਾਸਨ ਵੱਲੋਂ ਮੁੜ ਵਸੇਬੇ ਲਈ ਕਰਜ਼ੇ ਮਨਜ਼ੂਰ ਕਰਨ ਵਿੱਚ ਲੱਗਦੀ ਦੇਰੀ ਕਰਕੇ ਵੀ ਗੁੱਸੇ ਵਿੱਚ ਸਨ। ਸਭ ਤੋਂ ਜ਼ਿਆਦਾ ਮਾਰ ਪੱਛਮੀ ਪੰਜਾਬ ਦੇ ਵਪਾਰੀ ਵਰਗ ਦੇ ਲੋਕਾਂ ਨੂੰ ਪਈ। ਉਹਨਾਂ ਦੀ ਪੂੰਜੀ ਰੁੜ ਗਈ ਸੀ। ਪੂਰਬੀ ਪੰਜਾਬ ਵਿੱਚ ਮੁਸਲਮਾਨ ਵਪਾਰੀ ਤੇ ਦੁਕਾਨਦਾਰ ਨਹੀਂ ਸੀ, ਜਿਨ੍ਹਾਂ ਦੀ ਥਾਂ ਉਹ ਆ ਮਲਦੇ, ਤੇ ਸਰਕਾਰ ਦੀ ਇਹ ਸਥਿਤੀ ਹੀ ਨਹੀਂ ਸੀ ਕਿ ਉਹਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਕਾਫੀ ਪੈਸਾ ਦੇ ਸਕਦੀ। ਬਹੁਤ ਜ਼ਿਆਦਾ ਮਾਣ ਮੱਤੇ ਹੋਣ ਕਾਰਨ ਉਹ ਮੰਗ ਵੀ ਨਹੀਂ ਸਕਦੇ ਸਨ। ਪਰੰਤੂ ਉਹਨਾਂ ਦੇ ਅਭਿਮਾਨ ਨੇ ਉਹਨਾਂ ਨੂੰ ਸਰਕਾਰ ਪ੍ਰਤੀ ਬਹੁਤ ਗੁੱਸੇ ਨਾਲ ਭਰ ਦਿੱਤਾ ਤੇ ਉਹ ਹਿੰਦੂਆਂ ਨਾਲ ਵੀ ਗੁੱਸਾ ਕਰਨ ਲੱਗੇ, ਜਿਨ੍ਹਾਂ ਦੀਆਂ ਮੁਸੀਬਤਾਂ ਉਹਨਾਂ ਨੇ ਹੀ ਘਟਾਈਆਂ ਸਨ। ਉਹ ਆਪਣੇ ਆਪ ਨੂੰ ਪੁੱਛਦੇ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਹਿੰਦੁਸਤਾਨ, ਸਿੱਖਾਂ ਨੂੰ ਕੀ ਮਿਲਿਆ? ਅਜਿਹੀ ਦਿਮਾਗੀ ਸਥਿਤੀ ਵਿੱਚ ਵਿਰੋਧ ਦੀ ਤੋਖਰੀ ਅੱਗ ਨੂੰ ਤਕਦੀਰ ਵਿਰੁੱਧ ਭੜਕਾ ਕੇ ਸਿੱਖ ਰਾਜ ਦੇ ਸੁਪਨੇ ਲੈਣੇ ਔਖੇ ਨਹੀਂ ਸਨ। ਸਿੱਖਾਂ ਨਾਲ ਨਜਿੱਠਦਿਆਂ ਸਰਕਾਰ ਨੇ ਘੱਟ ਹੀ ਸੂਝ ਸਿਆਣਪ ਵਰਤੀ। ਸੜਕੀ ਆਵਾਜਾਈ ਜਿਸ ਉੱਪਰ ਸਿੱਖਾਂ ਦੀ ਹਜ਼ਾਰੇਦਾਰੀ ਸੀ, ਉਸ ਦਾ ਕੌਮੀਕਰਨ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਆ ਕੇ ਵਸੇ ਹੋਏ ਸਿੱਖਾਂ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਗਿਆ, ਜੋ ਬਲਵਾਨ ਤੇ ਓਪਰੇ ਲੋਕਾਂ ਪ੍ਰਤੀ ਸੁਭਾਵਕ ਸੀ। ਕਲਕੱਤਾ ਵਿੱਚ ਉਹਨਾਂ ਦੇ ਟੈਕਸੀਆਂ ਤੇ ਬੱਸ ਸੇਵਾਵਾਂ ਉੱਪਰ ਕਬਜ਼ਾ ਪੂਰਬੀ ਪਾਕਿਸਤਾਨ ਤੋਂ ਆ ਰਹੇ ਪ੍ਰਵਾਸੀ ਹਿੰਦੂਆਂ ਨੂੰ ਰੋਜ਼ਗਾਰ ਦੇਣ ਲਈ ਖਤਮ ਕਰਨਾ ਪਿਆ। ਵੱਖਰੇ ਚੋਣ ਹਲਕਿਆਂ ਤੇ ਸੰਪਰਦਾਇਕ ਰਿਆਸਤਾਂ ਦੇ ਖਾਤਮੇ ਨਾਲ ਤੇ ਨੌਕਰੀ ਵਿੱਚ ਆਉਣ ਲਈ ਲਿਖਤੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਯਾਨੀ ਸਮੇਤ ਰੱਖਿਆ ਸੈਨਾਵਾਂ ਦੇ ਅਫਸਰਾਂ ਦੀਆਂ ਪਦਵੀਆਂ ਤੇ ਉੱਪਰ ਜ਼ੋਰ ਦੇਣ ਨਾਲ ਸਿੱਖਾਂ ਤੇ ਬੜਾ ਮਾੜਾ ਪ੍ਰਭਾਵ ਪਿਆ। ਇਸ ਨੇ ਰੱਖਿਆ ਸੈਨਾਵਾਂ ਤੇ ਸਿਵਲ ਪ੍ਰਸ਼ਾਸਨ ਵਿੱਚ ਪਤਿਤ ਪੁਣੇ ਵਿੱਚ ਵਾਧਾ ਕਰ ਦਿੱਤਾ। ਬਹੁਤ ਸਾਰੇ ਸਿਵਲ ਪ੍ਰਸ਼ਾਸਨ ਤੇ ਫੌਜੀ ਕਰਮਚਾਰੀਆਂ ਨੇ ਵੇਖ ਲਿਆ ਕਿ ਇੱਕ ਧਰਮ ਨਿਰਪੇਖ ਵਿੱਚ ਉਹਨਾਂ ਨੂੰ ਨੌਕਰੀ ਬਚਾਉਣ ਲਈ ਕੇਸਾਧਾਰੀ ਬਣੇ ਰਹਿਣ ਦੀ ਲੋੜ ਨਹੀਂ ਤੇ ਨਾ ਹੀ ਘੋਣ-ਮੋਣ ਹੋਣ ਨਾਲ ਉਹਨਾਂ ਦੀ ਤਰੱਕੀ ਵਿੱਚ ਕੋਈ ਰੋਕ ਪੈਂਦੀ ਹੈ। ਰੂੜੀਵਾਦੀ ਸਿੱਖਾਂ ਨੇ ਇਸ ਨੂੰ ਚਲਾਕ ਹਿੰਦੂ ਸਰਕਾਰ ਦੀ ਇੱਕ ਚਾਲ ਹੀ ਸਮਝਿਆ। 1948 ਵਿੱਚ ਸਰਕਾਰ ਨੇ 2 ਕਦਮ ਐਸੇ ਉਠਾਏ ਜਿਸ ਨਾਲ ਸਿੱਖ ਰਾਜ ਦਾ ਸੰਕਲਪ ਵਧਿਆ ਫੁੱਲਿਆ।
ਪੰਜਾਬ ਦੀਆਂ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਬਣਾ ਦਿੱਤਾ ਗਿਆ। ਪੈਪਸੂ ਦਾ ਰਾਜ ਪ੍ਰਮੁੱਖ ਸੁਜੀਲਾ ਸੁਨੱਖਾ ਸਿੱਖ ਮਹਾਰਾਜਾ ਯਾਦਵਿੰਦਰ ਸਿੰਘ ਬਣਾਇਆ ਗਿਆ ਤੇ ਇੱਕ ਸਿੱਖ ਕੁਲੀਨ ਗਿਆਨ ਸਿੰਘ ਰਾੜੇਵਾਲਾ ਮੁੱਖ ਮੰਤਰੀ ਬਣਿਆ। ਇਸ ਰਾਜ ਦੀ ਬਹੁਗਿਣਤੀ ਵੀ ਸਿੱਖਾਂ ਦੀ ਹੀ ਸੀ। ਸਿੱਖ ਰਿਆਸਤ ਦੇ ਵਿਚਾਰ ਨੂੰ ਹਕੀਕਤ ਵਿੱਚ ਬਦਲਣ ਲਈ ਹੁਣ ਇਸ ਦੇ ਨਾਲ ਸਿਰਫ ਸਿੱਖ ਬਹੁਗਿਣਤੀ ਵਾਲੇ ਜ਼ਿਲ੍ਹੇ ਜੋੜਨ ਦੀ ਹੀ ਲੋੜ ਸੀ। ਦੂਸਰਾ ਕਦਮ ਸਰਕਾਰ ਨੇ 1957 ਵਿੱਚ ਉਠਾਇਆ, ਜਿਸ ਕਾਰਨ ਸਿੱਖਾਂ ਨੂੰ ਉਹ ਬਹਾਨਾ ਮਿਲ ਗਿਆ ਜਿਸ ਦੀ ਉਹ ਉਡੀਕ ਵਿੱਚ ਹੀ ਸਨ। ਪੰਜਾਬ ਨੂੰ ਦੋ ਭਾਸ਼ੀ ਰਾਜ ਐਲਾਨ ਕਰ ਦਿੱਤਾ ਗਿਆ। ਪੰਜਾਬੀ ਤੇ ਹਿੰਦੀ ਦੋਵੇਂ ਹੀ ਇਸ ਦੀਆਂ ਸਰਕਾਰੀ ਭਾਸ਼ਾਵਾਂ ਬਣਾ ਦਿੱਤੀਆਂ ਗਈਆਂ। ਸਿੱਖਾਂ ਯਾਨੀ ਇਹਨਾਂ ਗੱਲਾਂ ਤੇ ਅਕਾਲੀ ਸਿੱਖਾਂ ਦੇ ਬੁਲਾਰੇ ਬਣੇ ਨੇ ਬੜੀ ਫੁਰਤੀ ਨਾਲ ਭਾਸ਼ਾ ਦੇ ਸਵਾਲ ਤੇ ਆਪਣਾ ਵਿਰੋਧ ਪ੍ਰਗਟ ਕੀਤਾ। ਉਹਨਾਂ ਨੇ ਦਲੀਲ ਦਿੱਤੀ ਕਿ ਹਰਿਆਣੇ ਨੂੰ ਛੱਡ ਕੇ ਪੰਜਾਬ ਵਿੱਚ ਜੋ ਭਾਸ਼ਾ ਬੋਲੀ ਜਾਂਦੀ ਹੈ ਉਹ ਪੰਜਾਬੀ ਹੈ ਤੇ ਪੰਜਾਬੀ ਦਾ ਵਧੇਰੇ ਸਾਹਿਤ ਵੀ ਯਾਨੀ ਸਫੀਆ ਦੇ ਕਲਾਮ ਤੋਂ ਬਿਨਾਂ ਗੁਰਮੁਖੀ ਲਿਪੀ ਵਿੱਚ ਹੈ। ਇਸ ਲਈ ਹਰਿਆਣਾ ਜੋ 1857 ਦੇ ਵਿਦਰੋਹ ਮਗਰੋਂ ਪੰਜਾਬ ਨਾਲ ਟਾਂਕ ਦਿੱਤਾ ਗਿਆ ਸੀ ਤੇ ਵਧੇਰੇ ਕਰਕੇ ਅਣਉਪਜਾਊ ਰੇਤਲਾ ਖੇਤਰ ਹੈ, ਵੱਖ ਕਰਕੇ ਪੂਰਬ ਦੇ ਗੁਆਂਢੀ ਪ੍ਰਾਂਤਾਂ ਨਾਲ ਜੋੜਿਆ ਜਾਵੇ ਤੇ ਗੁਰਮੁਖੀ ਲਿਪੀ ਵਿੱਚ ਪੰਜਾਬੀ ਨੂੰ ਰਾਜ ਦੀ ਇੱਕੋ ਇੱਕ ਸਰਕਾਰੀ ਭਾਸ਼ਾ ਬਣਾਇਆ ਜਾਵੇ। ਇਹ ਸਾਫ਼ ਸੀ ਕਿ ਪੰਜਾਬੀ ਸੂਬੇ ਵਿੱਚ, ਜਿਵੇਂ ਇਸ ਨੂੰ ਕਿਹਾ ਜਾਣ ਲੱਗਾ, ਸਿੱਖ ਵਸੋਂ ਦੀ ਬਹੁਗਿਣਤੀ ਹੋਵੇਗੀ ਤੇ ਪੰਜਾਬੀ ਬੋਲੀ ਤੇ ਸਾਹਿਤ ਦਾ ਆਧਾਰ ਸਿੱਖਾਂ ਦੀਆਂ ਪਵਿੱਤਰ ਧਾਰਮਿਕ ਰਚਨਾਵਾਂ ਹੋਣਗੀਆਂ। ਅਸਲ ਵਿੱਚ ਸੂਬੇ ਦੀ ਮੰਗ ਤਾਂ ਸਿੱਖ ਬਹੁਗਿਣਤੀ ਰਾਜ ਦੀ ਮੰਗ ਸੀ, ਭਾਸ਼ਾ ਤਾਂ ਖੰਡ ਵਿੱਚ ਕੌੜੀ ਗੋਲੀ ਲਪੇਟਣ ਵਾਂਗੀ ਸੀ। ਸਮਾਜ ਨਾਲ ਸੰਬੰਧਿਤ ਸੰਸਥਾਵਾਂ ਨੇ ਖਾਸ ਕਰਕੇ ਅਤੇ ਇਸ ਦੀ ਬਰਾਬਰ ਦੀ ਸਿਆਸੀ ਸਾਖਾ ਜਨ ਸਿੰਘ ਨੇ ਬੜੀ ਸ਼ੱਕੀ ਭੂਮਿਕਾ ਨਿਭਾਈ। ਉਹਨਾਂ ਨੇ 1951 ਦੀ ਜਨਗਣਨਾ ਸਮੇਂ ਪੰਜਾਬੀ ਬੋਲਣ ਵਾਲੇ ਹਿੰਦੂਆਂ ਨੂੰ ਪੰਜਾਬੀ ਤਿਆਗਣ ਤੇ ਹਿੰਦੀ ਨੂੰ ਆਪਣੀ ਮਾਤ ਭਾਸ਼ਾ ਲਿਖਵਾਉਣ ਦੀ ਪ੍ਰੇਰਨਾ ਦੇਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਮੁਹਿੰਮ 1961 ਦੀ ਜਨਗਣਨਾ ਸਮੇਂ ਹੋਰ ਵੀ ਤੀਬਰਤਾ ਨਾਲ ਸ਼ੁਰੂ ਕੀਤੀ ਗਈ। ਸ਼ਾਇਦ ਉਹ ਸਿੱਖਾਂ ਦੇ ਧਾਰਮਿਕ ਕੱਟੜਵਾਦ ਤੋਂ ਡਰੇ ਹੋਏ ਸਨ ਤੇ ਮਹਿਸੂਸ ਕਰਦੇ ਸਨ ਕਿ ਸਿੱਖ ਭਾਸ਼ਾਈ ਆਧਾਰ ਤੇ ਪ੍ਰਾਂਤ ਦੀ ਪੁਨਰ ਹੱਦਬੰਦੀ ਦੀ ਮੰਗ ਆਪਣੇ ਲਾਭ ਹਿੱਤ ਨਾ ਕਰ ਲੈਣ। ਇਸ ਕਾਰਵਾਈ ਨੇ ਦੋਹਾਂ ਫਿਰਕਿਆਂ ਵਿੱਚ ਪਾੜਾ ਹੋਰ ਵਧਾ ਦਿੱਤਾ। 1953 ਦੀਆਂ ਸਰਦੀਆਂ ਵਿੱਚ ਭਾਰਤ ਸਰਕਾਰ ਨੇ ਰਾਜਾਂ ਦੇ ਪੁਨਰਗਠਨ ਲਈ ਹੱਦਬੰਦੀ ਕਮਿਸ਼ਨ ਨਿਯੁਕਤ ਕਰ ਦਿੱਤਾ। ਭਾਵੇਂ ਉਸ ਸਮੇਂ ਸਭ ਤੋਂ ਝਗੜੇ ਵਾਲੀ ਸਮੱਸਿਆ ਪੰਜਾਬ ਦੀ ਸੀ, ਇਸ ਕਮਿਸ਼ਨ ਵਿੱਚ ਇੱਕ ਵੀ ਸਿੱਖ ਨਿਯੁਕਤ ਨਾ ਕੀਤਾ ਗਿਆ। ਪੰਜਾਬੀ ਸੂਬੇ ਦਾ ਦਾਅਵਾ ਅਕਾਲੀਆਂ ਨੇ ਹੀ ਪੇਸ਼ ਕੀਤਾ। ਬਹੁਤ ਸਾਰੀਆਂ ਹਿੰਦੂ ਸੰਸਥਾਵਾਂ ਨੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਵਿੱਚ ਮਿਲਾਉਣ ਦੀ ਮੰਗ ਕਰਕੇ ਇਸ ਦਾ ਵਿਰੋਧ ਕੀਤਾ, ਜਿਸ ਵਿੱਚ ਹਿੰਦੂਆਂ ਦੀ ਗਿਣਤੀ ਵਧੇਰੇ ਸੀ। ਇਸ ਤਰ੍ਹਾਂ ਉਹਨਾਂ ਨੇ ਮਹਾਂ ਪੰਜਾਬ ਦੀ ਮੰਗ ਕਰ ਦਿੱਤੀ। ਕਮਿਸ਼ਨ, ਜਿਸ ਨੇ ਆਪਣੀ ਰਿਪੋਰਟ 2 ਸਾਲਾਂ ਬਾਅਦ ਦਿੱਤੀ, ਉਸਨੇ ਪੰਜਾਬੀ ਬੋਲਦੇ ਸੂਬੇ ਦੀ ਮੰਗ ਇਸ ਕਰਕੇ ਰੱਦ ਕਰ ਦਿੱਤੀ ਕਿ ਵਰਤਮਾਨ ਸਥਿਤੀ ਤੇ ਪ੍ਰਬੰਧ ਵਿੱਚ ਤਬਦੀਲੀ ਵਿੱਚ ਲੋੜੀਂਦੀ ਘੱਟੋ-ਘੱਟ ਸਹਿਮਤੀ ਨਹੀਂ ਸੀ। ਮਾਸਟਰ ਤਾਰਾ ਸਿੰਘ ਨੇ ਇਸ ਰਿਪੋਰਟ ਨੂੰ ਸਿੱਖਾਂ ਦੀ ਬਰਬਾਦੀ ਆਖਿਆ। ਉਸਨੇ ਉਚਿਤ ਤੌਰ ਤੇ ਕਿਹਾ ਕਿ ਜੇ ਸਿੱਖ ਨਾ ਹੁੰਦੇ ਤਾਂ ਪੰਜਾਬੀ ਨੂੰ ਵੀ ਸੰਵਿਧਾਨ ਵਿੱਚ ਪ੍ਰਵਾਨਿਤ ਦੂਸਰੀਆਂ ਭਾਰਤੀ ਭਾਸ਼ਾਵਾਂ ਵਾਂਗ ਆਪਣਾ ਸੂਬਾ ਮਿਲ ਗਿਆ ਹੁੰਦਾ। ਪੰਜਾਬੀ ਸੂਬੇ ਦੀ ਮੰਗ ਨੂੰ ਸਵੀਕਾਰ ਨਾ ਕਰਨਾ ਸਿੱਖਾਂ ਨਾਲ ਵਿਤਕਰਾ ਕਰਨ ਬਰਾਬਰ ਸੀ। ਉਸਨੇ ਸ਼ਾਂਤਮਈ ਸੱਤਿਆਗ੍ਰਹਿ ਸ਼ੁਰੂ ਕਰਨ ਦੀ ਧਮਕੀ ਦਿੱਤੀ। ਹਿੰਦੂਆਂ ਨੇ ਵੀ ਆਰੀਆ ਸਮਾਜ ਤੇ ਜਨ ਸੰਘ ਪਾਰਟੀਆਂ ਦੀ ਅਗਵਾਈ ਵਿੱਚ ਹਿੰਦੀ ਬਚਾਓ ਮੁਹਿੰਮ ਛੇੜ ਦਿੱਤੀ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੰਪਰਦਾਇਕ ਤਣਾਅ ਕਾਰਨ ਫਸਾਦ ਭੜਕ ਉੱਠੇ। ਸਰਕਾਰ ਇਸ ਅਣਸੁਖਾਵੀਂ ਅਸਲੀਅਤ ਪ੍ਰਤੀ ਸੁਚੇਤ ਹੋ ਗਈ ਕਿ ਸਿੱਖਾਂ ਦੇ ਪ੍ਰਤੀਨਿਧ ਸਿੱਖ ਰਾਜ ਦੀ ਮੰਗ ਪ੍ਰਤੀ ਸੁਚੇਤ ਹੋ ਗਈ ਕਿ ਸਿੱਖਾਂ ਦੇ ਪ੍ਰਤੀਨਿਧ ਸਿੱਖ ਰਾਜ ਦੀ ਮੰਗ ਪ੍ਰਤੀ ਫਿਰ ਸਰਗਰਮ ਹੋ ਗਏ ਹਨ ਤੇ ਹਕੀਕਤ ਵਿੱਚ ਪੈਪਸੂ ਸਿੱਖਸਤਾਨ ਦਾ ਕੇਂਦਰ ਬਣ ਗਿਆ। ਇਸ ਨੇ ਪੈਪਸੂ ਤੇ ਪੰਜਾਬ ਨੂੰ ਮਿਲਾ ਦੇਣ ਦਾ ਫੈਸਲਾ ਕਰ ਦਿੱਤਾ ਤਾਂ ਜੋ ਉਸ ਰਾਜ ਵਿੱਚ ਹਿੰਦੂ ਪੱਕੇ ਤੌਰ ਤੇ ਸਿੱਖਾਂ ਦੀ 35% ਆਬਾਦੀ ਦੇ ਮੁਕਾਬਲੇ 65% ਦੀ ਬਹੁ ਗਿਣਤੀ ਵਿੱਚ ਹੋ ਜਾਣ। ਕਈ ਤਰ੍ਹਾਂ ਦੇ ਅਕਾਲੀ ਨੇਤਾ ਫਿਰ ਝਾਂਸੇ ਵਿੱਚ ਆ ਗਏ ਤੇ ਉਹਨਾਂ ਨੇ ਸਮਝਿਆ ਕਿ ਪੰਜਾਬੀ ਸੂਬੇ ਦੀ ਸਥਾਪਨਾ ਲਈ ਇਹ ਅਗਲਾ ਕਦਮ ਸੀ। ਉਹ ਸਮੁੱਚੇ ਤੌਰ ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕੁਝ ਮਹੀਨਿਆਂ ਪਿੱਛੋਂ ਸੱਚਾਈ ਉਹਨਾਂ ਦੇ ਸਾਹਮਣੇ ਆ ਗਈ। ਪੈਪਸੂ ਦੇ ਖਾਤਮੇ ਵਿੱਚ ਸਹਿਮਤ ਹੋ ਕੇ ਉਹ ਸੂਬੇ ਦੀ ਪ੍ਰਾਪਤੀ ਤੋਂ ਹੋਰ ਦੂਰ ਹੋ ਗਏ। ਇਕਜੁੱਟਤਾ ਵਿਖਾਉਣ ਦੀ ਥਾਂ ਤੇ ਸਿੱਖ ਅਫਸੋਸਨਾਕ ਹਿੰਦ ਤੱਕ ਇੱਕ ਨਾ ਹੋ ਸਕੇ। ਪੰਜਾਬੀ ਸੂਬੇ ਦੀ ਮੰਗ ਵਿੱਚ ਮਾਸਟਰ ਤਾਰਾ ਸਿੰਘ ਦੇ ਮੁੱਖ ਸਮਰਥਕ ਗਿਆਨੀ ਕਰਤਾਰ ਸਿੰਘ ਤੇ ਹੁਕਮ ਸਿੰਘ ਸਨ। ਦੋਵੇਂ ਹੀ ਪੱਛਮੀ ਪੰਜਾਬ ਤੋਂ ਆਏ ਸਨ ਤੇ ਉਹਨਾਂ ਨੂੰ ਆਪਣੇ ਸਿਆਸੀ ਭਵਿੱਖ ਬਾਰੇ ਵੀ ਪੂਰਾ ਭਰੋਸਾ ਨਹੀਂ ਸੀ। ਦੋਵੇਂ ਚੁੱਪਚਾਪ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇੱਕ ਪੰਜਾਬ ਸਰਕਾਰ ਵਿੱਚ ਵਜ਼ੀਰ ਬਣ ਗਿਆ ਤੇ ਦੂਸਰਾ ਕੁਝ ਸਮੇਂ ਮਗਰੋਂ ਲੋਕ ਸਭਾ ਦਾ ਸਪੀਕਰ ਬਣ ਗਿਆ। ਕਾਂਗਰਸ ਦੀ ਵੀ ਉਸ ਵੇਲੇ ਖੁਸ਼ਕਿਸਮਤੀ ਸੀ ਕਿ ਉਸ ਨੂੰ ਪ੍ਰਤਾਪ ਸਿੰਘ ਕੈਰੋਂ ਵਰਗਾ ਮੁੱਖ ਮੰਤਰੀ ਮਿਲਿਆ ਜੋ ਗਤੀਸ਼ੀਲ ਤੇ ਸ਼ਕਤੀਵਾਨ ਸੀ ਤੇ ਅਕਾਲੀਆਂ ਦਾ ਕੱਟੜ ਵਿਰੋਧੀ ਵੀ ਸੀ। ਪੰਜਾਬੀ ਸੂਬੇ ਦੀ ਮੁਹਿੰਮ ਚਲਾਉਣ ਵਾਲਾ ਮਾਸਟਰ ਤਾਰਾ ਸਿੰਘ ਇਕੱਲਾ ਹੀ ਰਹਿ ਗਿਆ ਸੀ।
ਸਿੱਖ ਮਤਦਾਤਾਵਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ। 1957 ਦੀਆਂ ਆਮ ਚੋਣਾਂ ਵਿੱਚ ਭਾਵੇਂ ਕਾਂਗਰਸ ਨੂੰ ਬਹੁ ਗਿਣਤੀ ਮਿਲ ਗਈ ਸੀ, ਪਰੰਤੂ ਅਕਾਲੀ ਸਿੱਖ ਬਹੁ ਗਿਣਤੀ ਸਿੱਖ ਹਲਕਿਆਂ ਵਿੱਚ ਜੇਤੂ ਰਹੇ। 2 ਸਾਲ ਮਗਰੋਂ ਮਾਸਟਰ ਤਾਰਾ ਸਿੰਘ ਕਾਂਗਰਸ, ਕਮਿਊਨਿਸਟਾਂ ਤੇ ਪੰਜਾਬੀ ਸੂਬਾ ਵਿਰੋਧੀ ਤੱਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਰਾਉਣ ਤੇ 140 ਸੀਟਾਂ ਵਿੱਚੋਂ 136 ਸੀਟਾਂ ਜਿੱਤਣ ਵਿੱਚ ਸਫਲ ਰਿਹਾ ਤੇ ਇਸ ਤਰ੍ਹਾਂ ਸਿੱਧ ਕਰ ਦਿੱਤਾ ਕਿ ਸਿੱਖਾਂ ਦੀ ਬਹੁ ਗਿਣਤੀ ਪੰਜਾਬੀ ਸੂਬੇ ਦੀ ਹਮਾਇਤ ਕਰਦੀ ਹੈ। ਇਸ ਜਿੱਤ ਮਗਰੋਂ ਉਤਸ਼ਾਹਿਤ ਹੋ ਕੇ ਮਾਸਟਰ ਤਾਰਾ ਸਿੰਘ ਨੇ 30 ਅਪ੍ਰੈਲ 1960 ਨੂੰ ਹੁਣ ਜਾਂ ਕਦੇ ਵੀ ਨਹੀਂ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਦਲ ਆਪਣੀ ਯੋਜਨਾ ਦੀ ਵਿਉਂਤਬੰਦੀ ਕਰ ਸਕਦਾ, ਮੁੱਖ ਮੰਤਰੀ ਕੈਰੋਂ ਨੇ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਮਾਸਟਰ ਤਾਰਾ ਸਿੰਘ ਨੇ ਅੰਦੋਲਨ ਚਲਾਉਣ ਲਈ ਗ੍ਰੰਥੀ ਤੇ ਸਮਾਜਿਕ ਕਾਰਜਕਰਤਾ ਸੰਤ ਫਤਿਹ ਸਿੰਘ ਨੂੰ ਡਿਕਟੇਟਰ ਨਿਯੁਕਤ ਕਰ ਦਿੱਤਾ। ਸੰਤ ਫਤਿਹ ਸਿੰਘ ਨੇ ਵੱਡੀ ਪੱਧਰ ਤੇ ਸ਼ਾਂਤਮਈ ਸੱਤਿਆਗ੍ਰਹਿ ਚਲਾਇਆ। ਅਕਾਲੀ ਦਲ ਅਨੁਸਾਰ 57,000 ਤੇ ਸਰਕਾਰੀ ਅੰਕੜਿਆਂ ਅਨੁਸਾਰ 23,000 ਅਕਾਲੀ ਇਸ ਅੰਦੋਲਨ ਵਿੱਚ ਜੇਲ੍ਹਾਂ ਵਿੱਚ ਗਏ। ਗੱਲ ਹੋਰ ਵੀ ਵਿਗੜ ਗਈ ਜਦੋਂ ਫਤਿਹ ਸਿੰਘ ਨੇ ਮਰਨ ਵਰਤ ਰੱਖ ਲਿਆ। ਸ਼ਾਂਤਮਈ ਮੋਰਚਾ ਤੇ ਮਰਨ ਵਰਤ 9 ਜਨਵਰੀ 1961 ਨੂੰ ਸਰਕਾਰ ਵੱਲੋਂ ਇਹ ਭਰੋਸਾ ਦੇਣ ਤੇ ਖਤਮ ਕਰ ਦਿੱਤੇ ਗਏ ਕਿ ਸਿੱਖਾਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਕੀਤੀ ਜਾਵੇਗੀ। ਸਰਕਾਰ ਨਾਲ ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਿਆ। ਨਹਿਰੂ ਨੇ ਇਹ ਦਲੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਪੰਜਾਬੀ ਭਾਸ਼ੀ ਰਾਜ ਦੀ ਮੰਗ ਨਾ ਮੰਨਣਾ ਸਿੱਖਾਂ ਨਾਲ ਵਿਤਕਰਾ ਹੈ। ਖਿੱਝ ਵਿੱਚ ਆ ਕੇ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਬਣਵਾਉਣ ਲਈ ਮਰਨ ਵਰਤ ਰੱਖ ਲਿਆ। ਉਸ ਨੇ ਆਪਣਾ ਵਰਤ 15 ਅਗਸਤ 1961 ਨੂੰ ਸਵਰਨ ਮੰਦਰ ਭਵਨ ਸਮੂਹ ਵਿੱਚ ਰੱਖਿਆ। ਸਰਕਾਰ ਨਾ ਚੁੱਕੀ। 43 ਦਿਨ ਬਿਨਾਂ ਭੋਜਨ ਖਾਣ ਪਿੱਛੋਂ ਬਜ਼ੁਰਗ ਯੋਧੇ ਦਾ ਹੌਸਲਾ ਟੁੱਟ ਗਿਆ ਤੇ ਉਸ ਨੇ ਆਪਣੇ ਆਪ ਸਹੇੜੀ ਬਿਪਤਾ ਛੱਡ ਦਿੱਤੀ। ਮਾਸਟਰ ਤਾਰਾ ਸਿੰਘ ਨੇ ਆਪਣੀ ਜਾਨ ਤਾਂ ਬਚਾ ਲਈ, ਪਰ ਉਹਦੇ ਸਿਆਸੀ ਜੀਵਨ ਦੀ ਮੌਤ ਹੋ ਗਈ। ਇਸ ਨਾਲ ਸਿੱਖ ਬਹੁ ਗਿਣਤੀ ਦੇ ਰਾਜ ਦੀ ਮੰਗ ਨੂੰ ਸਖਤ ਧੱਕਾ ਲੱਗਾ। ਉਸ ਨੂੰ ਅਕਾਲ ਤਖਤ ਤੇ ਤਲਬ ਕੀਤਾ ਗਿਆ ਤੇ ਉਸ ਤੇ ਸਿੱਖੀ ਸ਼ਹੀਦੀ ਪਰੰਪਰਾ ਨੂੰ ਕਲੰਕਿਤ ਕਰਨ ਦਾ ਦੋਸ਼ ਲਾਇਆ ਗਿਆ। ਉਸ ਨੂੰ ਸਿੱਖ ਸੰਗਤ ਦੇ 5 ਦਿਨ ਜੋੜੇ ਸਾਫ਼ ਕਰਨ ਦੀ ਤਨਖਾਹ ਲਈ ਗਈ। ਭਾਵੇਂ ਉਸ ਨੇ ਪ੍ਰਾਸ਼ਚਿਤ ਕਰ ਲਿਆ ਸੀ, ਤਾਂ ਵੀ ਉਸ ਦੇ ਫਿਰਕੇ ਨੇ ਉਸ ਨੂੰ ਮਾਫ਼ ਨਾ ਕੀਤਾ। ਕੁਝ ਮਹੀਨੇ ਮਗਰੋਂ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਹਾਂ 'ਚੋਂ ਉਸ ਨੂੰ ਵੋਟਾਂ 'ਚ ਹਾਰ ਦੇ ਦਿੱਤੀ ਗਈ ਸੀ। ਸੰਤ ਫਤਿਹ ਸਿੰਘ ਸਿੱਖਾਂ ਦਾ ਨੇਤਾ ਬਣ ਗਏ ਸਨ। ਸਿੱਖ ਰਾਜ ਦੇ ਹਮਾਇਤੀਆਂ ਉੱਪਰ ਜਿੱਤ ਦਾ ਸਰਕਾਰ ਨੇ ਲਾਭ ਉਠਾਇਆ। ਪੰਜਾਬ ਦੇ ਸਿੱਖਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸਰਕਾਰ ਨੇ S.R. ਦਾਸ ਦੀ ਪ੍ਰਧਾਨਗੀ ਅਧੀਨ 3 ਮੈਂਬਰੀ ਆਯੋਗ ਨਿਯੁਕਤ ਕੀਤਾ। ਅਕਾਲੀਆਂ ਨੇ ਕਮਿਸ਼ਨ ਦੇ ਮੈਂਬਰਾਂ ਤੇ ਇਸ ਦੀ ਨਿਯੁਕਤੀ ਦੀਆਂ ਸ਼ਰਤਾਂ ਤੇ ਬੇਭਰੋਸਗੀ ਪ੍ਰਗਟ ਕੀਤੀ ਤੇ ਇਸ ਦੀ ਕਾਰਵਾਈ ਦਾ ਬਾਈਕਾਟ ਕਰਨ ਲਈ ਕਿਹਾ। ਸਾਰੇ ਸਿੱਖ ਸਮਾਜ ਨੇ ਦਾਸ ਕਮਿਸ਼ਨ ਦੀ ਸਾਰੀ ਕਾਰਵਾਈ ਨਾਲ ਕੋਈ ਸਬੰਧ ਨਾ ਰੱਖ ਕੇ ਬੇਮਿਸਾਲ ਇਕਜੁੱਟਤਾ ਪ੍ਰਗਟਾਈ। 1962 ਦੀਆਂ ਆਮ ਚੋਣਾਂ ਨੇ ਸਥਿਤੀ ਵਿੱਚ ਕੋਈ ਸੁਧਾਰ ਨਾ ਲਿਆਂਦਾ। ਕਾਂਗਰਸ ਪਾਰਟੀ ਮਿਸ਼ਰਤ ਹਲਕਿਆਂ ਵਿੱਚ ਜਿੱਤ ਗਈ, ਪਰ ਪੰਜਾਬੀ ਸੂਬੇ ਦੇ ਸਮਰਥਕ ਸਿੱਖਾਂ ਦੀਆਂ ਬਹੁ ਗਿਣਤੀ ਵੋਟਾਂ ਲੈ ਗਏ। ਅਕਾਲੀਆਂ ਦੀ ਪੰਜਾਬੀ ਸੂਬੇ ਬਾਰੇ ਇੱਕ ਹੋਰ ਜਦੋਜਹਿਦ ਕਰਨ ਤੋਂ ਪਹਿਲਾਂ ਚੀਨੀਆਂ ਨੇ ਭਾਰਤ ਦੀ ਸੀਮਾ ਤੇ ਹਮਲਾ ਕਰ ਦਿੱਤਾ। ਸਿੱਖਾਂ ਨੇ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਤੇ ਉਹ ਬੜੇ ਉਤਸ਼ਾਹ ਨਾਲ ਮੁਲਕ ਦੀ ਸੁਰੱਖਿਆ ਲਈ ਅੱਗੇ ਵਧੇ। 27 ਮਈ 1964 ਵਿੱਚ ਆਪਣੀ ਮੌਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਸਿੱਖ ਜਨਤਾ ਦੇ ਜਜ਼ਬਾਤਾਂ ਦੀ ਥਾਹ ਪਾ ਲਈ ਸੀ ਤੇ ਉਸ ਨੂੰ ਪੰਜਾਬੀ ਸੂਬੇ ਦੀ ਵਿਰੋਧਤਾ ਕਰਨ ਵਿੱਚ ਹੁਣ ਕੋਈ ਸਿਆਣਪ ਨਾ ਦਿਖਾਈ ਦਿੱਤੀ। ਰਾਜਪੁਰਾ ਵਿੱਚ ਇੱਕ ਭਾਸ਼ਣ ਦਿੰਦਿਆਂ ਉਸ ਨੇ ਇਹ ਗੱਲ ਮੰਨੀ ਕਿ ਪੰਜਾਬੀ ਪੰਜਾਬ ਦੀ ਪ੍ਰਮੁੱਖ ਭਾਸ਼ਾ ਹੈ ਤੇ ਉਸ ਨੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਨੂੰ ਇੱਕ ਭਾਸ਼ੀ ਘੋਸ਼ਿਤ ਕਰੇ। ਉਸ ਸਮੇਂ ਕੈਰੋਂ ਦੀ ਸਥਿਤੀ ਡਾਮਾਡੋਲ ਸੀ। ਉਸ ਵਿਰੁੱਧ ਭ੍ਰਿਸ਼ਟਾਚਾਰ ਤੇ ਕੁੰਭਾ ਪਰਵਰੀ ਦੇ ਇਲਜ਼ਾਮ ਲਗਾਏ ਗਏ ਸਨ। ਉਸ ਨੇ ਮਹਿਸੂਸ ਕੀਤਾ ਕਿ ਅਕਾਲੀਆਂ ਨੂੰ ਕੋਈ ਵੀ ਦਿੱਤੀ ਰਿਆਇਤ ਨੂੰ ਉਹਦੀ ਕਮਜ਼ੋਰੀ ਸਮਝਿਆ ਜਾਵੇਗਾ ਤੇ ਉਸ ਦੀ ਮੁੱਖ ਮੰਤਰੀ ਦੀ ਗੱਦੀ ਲਈ ਇਹ ਖਤਰਾ ਬਣ ਜਾਏਗੀ। ਕੈਰੋਂ ਨੇ ਨਹਿਰੂ ਨੂੰ ਭਰੋਸਾ ਦਿੱਤਾ ਕਿ ਸੂਬੇ ਬਾਰੇ ਮੋਰਚੇ ਨੂੰ ਸਿੱਖਾਂ ਦਾ ਨਹੀਂ, ਸਿਰਫ ਅਕਾਲੀਆਂ ਦਾ ਸਮਰਥਨ ਹੈ ਤੇ ਉਹਨਾਂ ਵਿੱਚ ਲੜਨ ਦੀ ਸ਼ਕਤੀ ਨਹੀਂ ਹੈ। ਨਹਿਰੂ ਦੇ ਉੱਤਰਾਧਿਕਾਰੀ ਤੇ ਉਸ ਦੇ ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੇ ਨਹਿਰੂ ਦੀ ਨਾ ਮਾਨੂ ਵਾਲੀ ਨੀਤੀ ਹੀ ਜਾਰੀ ਰੱਖੀ। ਸਥਿਤੀ ਉਸ ਸਮੇਂ ਬਦਲ ਗਈ ਜਦੋਂ ਕੈਰੋਂ ਨੂੰ ਭ੍ਰਿਸ਼ਟਾਚਾਰ ਦੇ ਕੁਨਬਾ ਪਰਵਰੀ ਦਾ ਦੋਸ਼ੀ ਪਾਇਆ ਗਿਆ ਤੇ ਉਸ ਨੂੰ ਤਿਆਗ ਪੱਤਰ ਦੇਣ ਲਈ ਮਜਬੂਰ ਹੋਣਾ ਪਿਆ। ਵਿਦੇਸ਼ ਮੰਤਰੀ ਸਵਰਨ ਸਿੰਘ ਦੀ ਸਲਾਹ ਤੇ ਲਾਲ ਬਹਾਦਰ ਸ਼ਾਸਤਰੀ ਨੇ ਇੱਕ ਛੋਟੇ ਜਿਹੇ ਸ਼ਹਿਰ ਦੇ ਇੱਕ ਬੇਪਛਾਣ ਸਿਆਸਤਦਾਨ ਰਾਮ ਕਿਸ਼ਨ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬਿਠਾ ਦਿੱਤਾ। ਸੰਤ ਫਤਿਹ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਸੂਬਾ ਮੋਰਚਾ ਜ਼ੋਰ ਫੜ ਗਿਆ। ਪਾਕਿਸਤਾਨ ਰੇਡੀਓ ਵੱਲੋਂ ਸਿੱਖ ਰਾਜ ਦੀ ਮੰਗ ਦੇ ਸਮਰਥਨ ਵਿੱਚ ਰੋਜ਼ਾਨਾ ਸੀਮਾ ਤੋਂ ਪਾਰ ਪ੍ਰਸਾਰਨ ਨਾਲ ਵੀ ਇਸ ਅੰਦੋਲਨ ਨੂੰ ਉਤਸ਼ਾਹ ਮਿਲਿਆ। ਭਾਰਤ ਪਾਕਿਸਤਾਨ ਵਿੱਚ ਖਿਚਾਅ ਵੱਧ ਗਿਆ। ਸੀਮਾ ਉੱਪਰ ਝੜਪਾਂ ਨੇ ਬਾਕਾਇਦਾ ਯੁੱਧ ਦਾ ਰੂਪ ਲੈ ਲਿਆ
1 ਸਤੰਬਰ 1965 ਨੂੰ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਰਿਆਸਤ ਵਿੱਚ ਸ਼ੰਭ ਜੌੜੀਆਂ ਤੋਂ ਅੰਤਰਰਾਸ਼ਟਰੀ ਸੀਮਾ ਪਾਰ ਕਰ ਲਈ। 5 ਦਿਨ ਮਗਰੋਂ ਭਾਰਤੀ ਫੌਜ ਨੇ ਸੀਮਾ ਪਾਰ ਕਰਕੇ ਲਾਹੌਰ ਵੱਲ ਹਮਲਾ ਕਰਨ ਲਈ ਕੂਚ ਕਰ ਦਿੱਤਾ। ਅਕਾਲੀਆਂ ਨੇ ਇਸ ਸਥਿਤੀ ਦਾ ਕੋਈ ਲਾਭ ਨਾ ਉਠਾਇਆ, ਸਗੋਂ ਸਰਕਾਰ ਨੂੰ ਬਿਨਾਂ ਸ਼ਰਤ ਪੂਰਾ ਸਮਰਥਨ ਦਿੱਤਾ। ਇੱਕ ਵਾਰ ਫਿਰ ਸਿੱਖ ਸੈਨਿਕਾਂ ਨੇ ਪਾਕਿਸਤਾਨੀਆਂ ਨਾਲ ਲੋਹਾ ਲਿਆ ਤੇ ਸਿੱਖ ਕਿਸਾਨਾਂ ਨੇ ਲੜ ਰਹੇ ਫੌਜੀਆਂ ਨੂੰ ਰਨ ਖੇਤਰ ਵਿੱਚ ਰਸਦ ਪਾਣੀ ਪਹੁੰਚਾਇਆ। ਜਿਹੜੇ ਉੱਘੇ ਸੈਨਿਕਾਂ ਨੇ ਇਸ 22 ਦਿਨ ਦੇ ਯੁੱਧ ਵਿੱਚ ਨਾਮ ਨਾ ਖੱਟਿਆ, ਉਹਨਾਂ ਵਿੱਚ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਸੀ। ਭਾਰਤੀ ਸੀਮਾ ਉੱਪਰ ਪਾਕਿਸਤਾਨੀ ਟੈਂਕਾਂ ਦੇ ਹਮਲੇ ਨੂੰ ਰੋਕਣ ਦਾ ਸਿਹਰਾ ਉਸ ਦੇ ਸਿਰ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚੋਂ ਜੰਗੀ ਸਹਾਇਤਾ ਲਈ ਪੰਜਾਬ ਦਾ ਸਭ ਤੋਂ ਵੱਧ ਯੋਗਦਾਨ ਸੀ ਤੇ ਭਾਰਤ ਦੇ ਸਭ ਤੋਂ ਵੱਧ ਸਹਾਇਤਾ ਦੇਣ ਵਾਲਿਆਂ ਜ਼ਿਲ੍ਹਿਆਂ ਵਿੱਚ ਗੰਗਾਨਗਰ ਦਾ ਪਹਿਲਾ ਨੰਬਰ ਸੀ, ਜਿਸ ਦੀ ਬਹੁ ਗਿਣਤੀ ਵੀ ਸਿੱਖ ਕਿਸਾਨਾਂ ਦੀ ਹੈ। ਇਸ ਤਰ੍ਹਾਂ ਚਲਾਕੀ ਨਾਲ ਸਿੱਖਾਂ ਦੀ ਬੇਵਫਾਈ ਦੇ ਇਲਜ਼ਾਮ ਫੈਲਾਉਣ ਵਾਲਿਆਂ ਦੇ ਮੂੰਹ ਆਪਣੇ ਆਪ ਬੰਦ ਹੋ ਗਏ। ਜੰਗ ਖਤਮ ਹੋਣ ਪਿੱਛੋਂ ਇੰਦਰਾ ਗਾਂਧੀ ਦੀ ਪ੍ਰਧਾਨਗੀ ਅਧੀਨ ਪੰਜਾਬੀ ਸੂਬੇ ਦੀ ਮੰਗ ਤੇ ਵਿਚਾਰ ਕਰਨ ਲਈ ਮੰਤਰੀ ਮੰਡਲ ਦੀ ਉਪ ਕਮੇਟੀ ਨਿਯੁਕਤ ਕੀਤੀ ਗਈ। ਇਸ ਨੇ ਭਾਸ਼ਾਈ ਆਧਾਰ ਤੇ ਪੰਜਾਬ ਦੀ ਪੁਨਰ ਹੱਦਬੰਦੀ ਕਰਨ ਦੀ ਸਿਫਾਰਿਸ਼ ਕੀਤੀ। 10 ਜਨਵਰੀ 1966 ਨੂੰ ਤਾਸ਼ਕੰਦ ਵਿੱਚ ਸ਼ਾਸਤਰੀ ਦੀ ਅਚਾਨਕ ਮੌਤ ਨਾਲ ਕੇਂਦਰ ਸਰਕਾਰ ਦਾ ਪੰਜਾਬੀ ਸੂਬੇ ਦੇ ਸੰਕਲਪ ਦੀ ਵਿਰੋਧਤਾ ਦਾ ਕਾਂਡ ਖਤਮ ਹੋ ਗਿਆ। ਇੰਦਰਾ ਗਾਂਧੀ, ਜੋ ਸ਼ਾਸਤਰੀ ਦੀ ਉੱਤਰਾਧਿਕਾਰੀ ਵਜੋਂ ਪ੍ਰਧਾਨ ਮੰਤਰੀ ਬਣੀ ਤੇ ਜੋ ਮੁੱਢ ਵਿੱਚ ਆਪਣੇ ਪਿਤਾ ਵਾਂਗ ਹੀ ਸੂਬੇ ਦੀ ਵਿਰੋਧੀ ਸੀ, ਉਸਨੇ ਆਪਣੀ ਪਾਰਟੀ ਦੇ ਮਹਾਰਥੀਆਂ ਦੇ ਪੰਜਾਬੀ ਸੂਬੇ ਪ੍ਰਤੀ ਝੁਕਾਅ ਨੂੰ ਭਾਂਪ ਲਿਆ। ਉਸਨੇ ਇਨਸਾਫ ਪਸੰਦ ਤੇ ਨਿਰਪੱਖ ਦਿਖਾਈ ਦਿੰਦਿਆਂ ਵੀ ਅਜਿਹਾ ਪੈਂਤੜਾ ਅਪਣਾਇਆ ਤੇ ਐਸੀਆਂ ਗੋਟਾਂ ਸੁੱਟੀਆਂ ਤੇ ਚਾਲਾਂ ਚੱਲੀਆਂ ਕਿ ਪੰਜਾਬੀ ਸੂਬਾ ਸਰਕਾਰ ਕਦੇ ਸਿਰ ਨਾ ਰਹੇ। 10 ਮਾਰਚ 1966 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਇੱਕ ਮਤਾ ਪਾਸ ਕਰ ਦਿੱਤਾ, ਜਿਸ ਅਨੁਸਾਰ ਵਰਤਮਾਨ ਪੰਜਾਬ ਰਾਜ 'ਚੋਂ ਪੰਜਾਬੀ ਭਾਸ਼ੀ ਰਾਜ ਬਣਾਏ ਜਾਣ ਦੀ ਹਮਾਇਤ ਕੀਤੀ ਗਈ। ਸਰਕਾਰ ਨੂੰ ਲੋੜੀਂਦੇ ਕਦਮ ਉਠਾਉਣ ਲਈ ਬੇਨਤੀ ਕੀਤੀ ਗਈ। ਇਸ ਮਤੇ ਦੀ ਸਖਤ ਵਿਰੋਧਤਾ ਹੋਈ, ਪਰ ਕਾਂਗਰਸ ਪ੍ਰਧਾਨ ਕਾਂਗਰਸ, ਜੋ ਬਾਦਸ਼ਾਹ ਅਗਰ ਕਰਕੇ ਪ੍ਰਸਿੱਧ ਸੀ ਤੇ ਜਿਸ ਨੇ ਸ਼੍ਰੀਮਤੀ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ, ਉਸ ਦੇ ਨਾਲ ਬਹੁਮਤ ਸੀ। ਉਸਨੇ ਦਲੀਲ ਦਿੱਤੀ ਕਿ ਪੰਜਾਬੀਆਂ ਨੂੰ ਉਸ ਰਾਸ਼ਟਰੀ ਸਿਧਾਂਤ ਦੇ ਲਾਭ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ, ਜਿਸ ਦਾ ਆਨੰਦ ਭਾਰਤ ਦੇ ਦੂਸਰੇ ਰਾਜਾਂ ਦੇ ਲੋਕ ਮਾਣ ਰਹੇ ਹਨ ਤੇ ਆਪਣੇ ਭਾਸ਼ਾਈ ਰਾਜਾਂ ਵਿੱਚ ਰਹਿ ਕੇ ਕਾਰਜ ਕਰ ਰਹੇ ਹਨ। ਵਾਈ ਚੌਹਾਨ, ਜੋ ਸਿੱਖਾਂ ਦੀ ਪਾਕਿਸਤਾਨ ਵਿਰੁੱਧ ਜੰਗ ਵਿੱਚ ਬਿਨਾਂ ਸ਼ਰਤ ਤੋਂ ਦਿੱਤੀ ਹਮਾਇਤ ਤੋਂ ਪੂਰਾ ਵਾਕਿਫ ਸੀ, ਉਸਨੇ ਵੀ ਪੂਰਾ ਸਮਰਥਨ ਦਿੱਤਾ। ਉਸਨੇ ਕਿਹਾ ਕਿ ਪੰਜਾਬੀ ਸੂਬੇ ਦੀ ਮੰਗ ਬਾਰੇ ਫੈਸਲੇ ਵਿੱਚ ਇਸ ਦੀ ਭੂਗੋਲਿਕ ਸਥਿਤੀ ਕਰਕੇ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮੰਨਣਾ ਪਿਆ। ਉਸਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਮਤਾ ਪਾਸ ਕਰ ਦਿੱਤਾ ਹੈ ਤੇ ਹੁਣ ਸਰਕਾਰ ਨੂੰ ਤਾਂ ਇਹ ਲਾਗੂ ਕਰਨਾ ਹੀ ਪੈਣਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਫੈਸਲੇ ਨੂੰ ਭਾਰਤ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਨੇ ਭਾਰਤੀ ਜਨਸੰਘ ਤੋਂ ਬਿਨਾਂ ਪ੍ਰਵਾਨ ਕਰ ਲਿਆ। ਉਸਨੇ ਕਾਂਗਰਸ ਮਤੇ ਦੀ ਨਿਖੇਧੀ ਕਰਦਿਆਂ ਇਸ ਨੂੰ ਦੇਸ਼ ਦੀ ਏਕਤਾ ਤੇ ਯਕਜਹਿਤੀ ਦੀਆਂ ਸਮਰਥਕ ਸ਼ਕਤੀਆਂ ਲਈ ਭਾਰੀ ਧੱਕਾ ਆਖਿਆ। ਉਸ ਸਮੇਂ ਜਨਸੰਘ ਵਿੱਚ ਪੰਜਾਬੀ ਹਿੰਦੂਆਂ ਦਾ ਬੋਲਬਾਲਾ ਸੀ। ਇਸ ਦਾ ਪ੍ਰਧਾਨ ਬਲਰਾਜ ਮਦੋਕ ਤੇ ਪੰਜਾਬ ਇਕਾਈ ਦਾ ਪ੍ਰਧਾਨ ਡਾਕਟਰ ਬਲਦੇਵ ਪ੍ਰਕਾਸ਼ ਸੂਬੇ ਦੇ ਵਿਰੋਧ ਵਿੱਚ ਬਹੁਤ ਕੂਕਦੇ ਸਨ। ਪਾਰਟੀ ਨੇ ਜਨਤਕ ਮੁਜ਼ਾਹਰੇ ਕੀਤੇ। ਪੰਜਾਬ ਦੇ ਸ਼ਹਿਰਾਂ, ਖਾਸ ਕਰਕੇ ਪਾਣੀਪਤ ਵਿੱਚ ਲੁੱਟ-ਮਾਰ, ਅੱਗਾਂ ਲਾਉਣ ਤੇ ਖੂਨ ਖਰਾਬਾ ਹੋਇਆ। ਭਾਵੇਂ ਇਹ ਵਿਰੋਧ ਹਿੰਸਕ ਹੀ ਸੀ, ਪਰ ਸੂਬਾ ਵਿਰੋਧੀ ਲਹਿਰ ਥੋੜ੍ਹਾ ਚਿਰ ਹੀ ਚੱਲੀ, ਕਿਉਂਕਿ ਹਰਿਆਣੇ ਤੇ ਹਿਮਾਚਲ ਦੇ ਹਿੰਦੀ ਬੋਲਦੇ ਲੋਕ ਵੀ ਇਹਦੇ ਹਮੈਤੀ ਸਨ। ਸਿਰਫ ਪੰਜਾਬੀ ਹਿੰਦੂ ਹੀ ਸਮੇਂ ਦੀ ਤੋਰ ਨਾਲ ਕਦਮ ਮਿਲਾ ਕੇ ਨਹੀਂ ਚੱਲ ਰਿਹਾ ਸੀ। ਛੇਤੀ ਹੀ ਉਹਨਾਂ ਨੂੰ ਇਹ ਸੱਚਾਈ ਸਪਸ਼ਟ ਹੋ ਗਈ ਕਿ ਆਪਣੀ ਮਾਤ ਭਾਸ਼ਾ ਤੋਂ ਮੁਨਕਰ ਹੋ ਕੇ ਉਹ ਆਪਣੀਆਂ ਜੜ੍ਹਾਂ ਕੱਟ ਰਹੇ ਹਨ, ਕਿਉਂਕਿ ਪੰਜਾਬੀ ਬੋਲਦੇ ਲੋਕ ਹੋਣ ਕਾਰਨ ਉਹ ਹਰਿਆਣਾ ਤੇ ਹਿਮਾਚਲ ਦੇ ਹਿੰਦੀ ਬੋਲਦੇ ਇਲਾਕਿਆਂ ਵਿੱਚ ਅਜਨਬੀ ਹੋ ਜਾਣਗੇ। ਜਸਟਿਸ ਜੇ.ਸੀ. ਸ਼ਾਹ, ਐਸ. ਦੱਤ ਤੇ ਐਮ. ਫਿਲਿਪ ਤੇ ਆਧਾਰਿਤ ਹੱਦਬੰਦੀ ਕਮਿਸ਼ਨ ਦੀ 23 ਅਪ੍ਰੈਲ 1966 ਨੂੰ ਇਹ ਵੇਖਣ ਲਈ ਸਥਾਪਨਾ ਕੀਤੀ ਗਈ ਕਿ ਉਹ ਵਰਤਮਾਨ ਪੰਜਾਬ ਰਾਜ ਦੇ ਹਿੰਦੀ ਤੇ ਪੰਜਾਬੀ ਖੇਤਰਾਂ ਵਿੱਚ ਜੇ ਤਬਦੀਲੀ ਦੀ ਲੋੜ ਹੋਵੇ, ਪੰਜਾਬ ਤੇ ਹਰਿਆਣੇ ਵਿੱਚ ਭਾਸ਼ਾਈ ਇਕਸਾਰਤਾ ਦੀ ਸਿਫਾਰਸ਼ ਕਰੇ। ਸੰਕੇਤਕ ਸ਼ਰਤਾਂ ਇਸ ਤਰ੍ਹਾਂ ਘੜੀਆਂ ਗਈਆਂ ਕਿ ਪੰਜਾਬੀ ਸੂਬੇ ਨੂੰ ਉਹਦੇ ਉਚਿਤ ਹੱਕ ਤੋਂ ਵੀ ਵੰਚਿਤ ਕੀਤਾ ਜਾ ਸਕੇ। ਉਦਾਹਰਨ ਦੇ ਤੌਰ ਤੇ ਕਮਿਸ਼ਨ ਨੂੰ 1961 ਦੀ ਜਨਗਣਨਾ ਨੂੰ ਸਾਹਮਣੇ ਰੱਖਣ ਲਈ ਕਿਹਾ ਗਿਆ, ਜਦੋਂ ਕਿ ਇਹ ਸਭ ਜਾਣਦੇ ਸਨ ਕਿ ਪੰਜਾਬੀ ਹਿੰਦੂਆਂ ਦੇ ਇੱਕ ਬਹੁਤ ਵੱਡੇ ਵਰਗ ਨੇ ਆਪਣੀ ਮਾਤ ਭਾਸ਼ਾ ਬਾਰੇ ਗਲਤ ਉੱਤਰ ਦਰਜ ਕਰਵਾਏ ਸਨ, ਜੋ ਕਿ ਭਰੋਸੇਯੋਗ ਨਹੀਂ ਸਨ। ਦੂਸਰੀ ਉਦਾਹਰਨ ਇਹ ਵੀ ਸੀ ਕਿ ਪਿੰਡ ਨੂੰ ਇਕਾਈ ਮੰਨਣ ਦੀ ਥਾਂ, ਜਿਵੇਂ ਕਿ ਪਹਿਲਾਂ ਤੋਂ ਪਰੰਪਰਾ ਚੱਲੀ ਆ ਰਹੀ ਸੀ, ਕਮਿਸ਼ਨ ਨੂੰ ਅਜਿਹੀਆਂ ਸਿਫਾਰਸ਼ਾਂ ਕਰਨ ਲਈ ਕਿਹਾ ਗਿਆ ਜਿਸ ਨਾਲ ਤਹਿਸੀਲ ਨਾ ਵੰਡਣੀ ਪਵੇ। ਅਸਲੀ ਪੁਆੜੇ ਦੀ ਜੜ ਚੰਡੀਗੜ੍ਹ ਸੀ, ਜੋ ਖਰੜ ਤਹਿਸੀਲ ਵਿੱਚ ਸੀ।
1961 ਦੀ ਜਨਗਣਨਾ ਅਨੁਸਾਰ ਚੰਡੀਗੜ੍ਹ ਦੀ ਹਿੰਦੀ ਬੋਲਦੀ ਵਸੋਂ ਦੀ ਗਿਣਤੀ 55.2% ਸੀ। ਜਸਟਿਸ ਸ਼ਾਹ ਤੇ ਫਿਲਿਪ ਨੂੰ ਚੰਡੀਗੜ੍ਹ ਹਰਿਆਣੇ ਨੂੰ ਸੌਂਪ ਦੇਣ ਵਿੱਚ ਕੋਈ ਮਨੋਸੰਤਾਪ ਜਾਂ ਤੁਕ-ਤੁਕੀ ਨਹੀਂ ਸੀ। ਐਸ ਦੱਤ ਨੇ ਸਿਫਾਰਸ਼ ਨਾਲ ਅਸਹਿਮਤੀ ਪ੍ਰਗਟ ਕੀਤੀ ਤੇ ਸਿਫਾਰਸ਼ ਕੀਤੀ ਕਿ ਇਹ ਪੰਜਾਬ ਨੂੰ ਦਿੱਤਾ ਜਾਵੇ। ਬਹੁ ਗਿਣਤੀ ਦੀ ਰਿਪੋਰਟ, ਜਿਸ ਵਿੱਚ ਚੰਡੀਗੜ੍ਹ, ਜੋ ਵਿਸ਼ੇਸ਼ ਕਰਕੇ ਪੰਜਾਬ ਦੀ ਰਾਜਧਾਨੀ ਦੇ ਤੌਰ ਤੇ ਹੀ ਬਣਾਇਆ ਗਿਆ ਸੀ, ਹਰਿਆਣੇ ਨੂੰ ਸੌਂਪਣ ਲਈ ਕਿਹਾ ਗਿਆ, ਜਿਸ ਤੇ ਬਹੁਤ ਰੌਲਾ ਰੱਪਾ ਪਿਆ। ਕੇਂਦਰ ਸਰਕਾਰ ਨੇ ਆਪਣੇ ਬੁਣੇ ਹੋਏ ਜਾਲ ਤੋਂ ਨਿਕਲਣ ਦਾ ਇਹ ਰਾਹ ਲੱਭਿਆ ਕਿ ਚੰਡੀਗੜ੍ਹ ਨੂੰ ਕੇਂਦਰੀ ਇਲਾਕਾ ਮੰਨ ਲਿਆ ਜਾਵੇ ਤੇ ਦੋਵੇਂ ਰਿਆਸਤਾਂ ਇਸ ਨੂੰ ਆਪਣੀ ਰਾਜਧਾਨੀ ਬਣਾ ਕੇ ਵਰਤਣ। ਇਸ ਤਰ੍ਹਾਂ ਪੰਜਾਬੀ ਸੂਬੇ ਦੀ ਮੰਗ ਤਾਂ ਮੰਨ ਲਈ ਗਈ, ਪਰ ਇਸ ਦੀ ਇਕੱਲੇ ਦੀ ਆਪਣੀ ਕੋਈ ਰਾਜਧਾਨੀ ਨਾ ਰਹੀ। ਪੰਜਾਬ ਨੂੰ 20,254 ਵਰਗ ਮੀਲ ਇਲਾਕਾ ਦਿੱਤਾ ਗਿਆ, ਜਿਸ ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਕਪੂਰਥਲਾ ਤੇ ਕੁਝ ਭਾਗ ਗੁਰਦਾਸਪੁਰ, ਅੰਬਾਲਾ ਤੇ ਸੰਗਰੂਰ ਦੇ ਸ਼ਾਮਲ ਸਨ। ਇਸ ਦੀ ਵਸੋਂ 11,584 ਲੱਖ ਦੀ ਸੀ, ਜਿਸ ਵਿੱਚੋਂ 56 ਤੋਂ ਲੈ ਕੇ 60% ਸਿੱਖ ਸਨ। ਹਰਿਆਣਾ ਨੂੰ 16,835 ਵਰਗ ਮੀਲ ਇਲਾਕਾ ਮਿਲਿਆ। ਉਸ ਦੀ ਵਸੋਂ 7,527 ਲੱਖ ਸੀ, ਜਿਸ ਵਿੱਚ ਸਿੱਖਾਂ ਦੀ ਵਸੋਂ 5% ਸੀ। ਹਿਮਾਚਲ 10,215 ਵਰਗ ਮੀਲ ਤੇ ਆਧਾਰਿਤ ਸੀ। ਇਸ ਦੀ ਵਸੋਂ 1,196 ਲੱਖ ਸੀ, ਜਿਸ ਵਿੱਚ ਸਿੱਖ ਵਸੋਂ 2% ਸੀ। ਭਾਵੇਂ ਨਵੀਆਂ ਹੱਦਾਂ ਪੂਰੀ ਤਰ੍ਹਾਂ ਲੋਕਾਂ ਦੀ ਭਾਸ਼ਾਈ ਵੰਡ ਅਨੁਸਾਰ ਨਹੀਂ ਸੀ, ਫਿਰ ਵੀ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਇੱਕ ਰਾਜ ਵਿੱਚ ਸਿੱਖਾਂ ਦੀ 80% ਵਸੋਂ ਇੱਕ ਥਾਂ ਇਕੱਠੀ ਕਰਨ ਵਿੱਚ ਸਫਲਤਾ ਮਿਲ ਗਈ। ਇੱਕੋ ਇੱਕ ਹੋਰ ਥਾਂ ਜਿੱਥੇ ਸਿੱਖ ਸਮੂਹਕ ਰੂਪ ਵਿੱਚ ਟਿਕੇ ਹੋਏ ਸਨ, ਉਹ ਭਾਰਤ ਦੀ ਰਾਜਧਾਨੀ ਦਿੱਲੀ ਸੀ, ਜਿੱਥੇ 3 ਲੱਖ ਤੋਂ ਵਧੇਕ ਗਿਣਤੀ ਨਾਲ ਸਿੱਖ ਦਿੱਲੀ ਦੀ ਕੁੱਲ ਵਸੋਂ ਦਾ 7% ਸਨ। ਸੂਬੇ ਨੇ ਇਹਦੇ ਵਿਰੋਧੀਆਂ ਦੇ ਤੌਖਲੇ ਗਲਤ ਸਿੱਧ ਕਰ ਦਿੱਤੇ। ਹਿੰਦੂਆਂ ਤੇ ਸਿੱਖਾਂ ਵਿੱਚ ਤਣਾਅ ਵਧਣ ਦੀ ਥਾਂ ਅਚਾਨਕ ਫਿਰਕੂ ਜਜ਼ਬਾਤਾਂ ਵਿੱਚ ਸੁਖਾਵਾਂਪਨ ਆ ਗਿਆ ਤੇ ਕਈ ਸਾਲਾਂ ਦੇ ਮੋਰਚਿਆਂ ਤੇ ਪ੍ਰਤੀ ਉੱਤਰ ਵਜੋਂ ਲਾਏ ਮੋਰਚਿਆਂ ਦਾ ਪੈਦਾ ਕੀਤਾ ਜਜ਼ਬਾਤੀ ਸੰਕਟ ਟਲ ਗਿਆ। ਦੋਹਾਂ ਫਿਰਕਿਆਂ ਦੇ ਗਰਮ ਖਿਆਲੀਏ ਅਲੱਗ-ਥਲੱਗ ਪੈ ਗਏ। ਇਸ ਨਾਲ ਪ੍ਰਭੂਤਾ ਸੰਪੰਨ ਸਿੱਖ ਰਾਜ ਦੀ ਮੰਗ ਦੀ ਹਵਾ ਵੀ ਨਿਕਲ ਗਈ। ਆਪਣੇ ਫਿਰਕੇ ਦੀ ਭਾਰੀ ਬਹੁਗਿਣਤੀ ਦੇ ਜਜ਼ਬਾਤ ਨੂੰ ਵਿਅਕਤ ਕਰਦਿਆਂ ਸੰਤ ਫਤਿਹ ਸਿੰਘ ਨੇ ਕਿਹਾ, ਪੰਜਾਬੀ ਸੂਬਾ ਸਾਡੀ ਆਖਰੀ ਮੰਗ ਹੈ। ਉਸਨੇ ਅੱਗੇ ਕਿਹਾ, ਮੇਰਾ ਖਿਆਲ ਹੈ ਕਿ ਅਕਾਲੀਆਂ ਦੇ ਘਟਰੇ ਧੜੇ ਦੀ ਮਾਸਟਰ ਤਾਰਾ ਸਿੰਘ ਵੱਲੋਂ ਇਹ ਮੰਗ ਫਜ਼ੂਲ ਸੀ ਤੇ ਅਮਲੀ ਰੂਪ ਵਿੱਚ ਇਹ ਹੁਣ ਠੁੱਸ ਹੋ ਗਈ ਹੈ। ਇਸ ਦੇ ਨਾਲ ਇਸਨੇ ਪੰਜਾਬੀ ਹਿੰਦੂਆਂ ਵਿੱਚ ਸਿੱਖ ਵਿਰੋਧੀ ਤੇ ਸੂਬਾ ਵਿਰੋਧੀ ਅੰਸ਼ਾਂ ਦੀ ਆਪੇ ਬਣਾਈ ਮਹੱਤਤਾ ਦੀ ਫੂਕ ਕੱਢ ਦਿੱਤੀ ਹੈ। ਇਹ ਭਾਰਤੀ ਜਨ ਸਿੰਘ ਦੀ ਲੋਕਪ੍ਰਿਯਤਾ ਵਿੱਚ ਆਏ ਨਾਟਕੀ ਨਿਗਾਰ ਤੋਂ ਪ੍ਰਗਟ ਹੁੰਦਾ ਸੀ। ਇਹ ਬਸ ਕੇਵਲ ਪੰਜਾਬ ਨੂੰ ਦੋ ਭਾਸ਼ੀ ਸੂਬਾ ਬਣਾਏ ਰੱਖਣ ਤੇ ਸਕੂਲ ਵਿੱਚ ਮਾਂ-ਪਿਓ ਨੇ ਆਪਣੇ ਬੱਚਿਆਂ ਨੂੰ ਕਿਹੜੀ ਭਾਸ਼ਾ ਪੜ੍ਹਾਉਣੀ ਹੈ, ਉਹਦੀ ਮੰਗ ਲਈ ਅੰਦੋਲਨ ਕਰਨ ਜੋਗੀ ਹੀ ਰਹਿ ਗਈ ਸੀ। ਰਾਜ ਦੇ ਪੁਨਰ ਗਠਨ ਵਿੱਚ ਸਹਾਇਤਾ ਦੇਣ ਲਈ ਪੰਜਾਬ ਵਿੱਚ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਤੇ ਧਰਮਵੀਰ IAS ਨੂੰ ਗਵਰਨਰ ਬਣਾ ਕੇ ਭੇਜਿਆ ਗਿਆ। ਜਿਉਂ ਹੀ ਹੱਦਬੰਦੀ ਪੂਰੀ ਹੋ ਗਈ, ਤਿੰਨਾਂ ਹੀ ਨਵੇਂ ਰਾਜਾਂ ਵਿੱਚ ਨਵੀਆਂ ਸਰਕਾਰਾਂ ਕਾਇਮ ਕਰ ਦਿੱਤੀਆਂ ਗਈਆਂ। ਰਾਮ ਕਿਸ਼ਨ ਦੀ ਥਾਂ ਤੇ ਗੁਰਮੁਖ ਸਿੰਘ ਮੁਸਾਫਰ ਮੁੱਖ ਮੰਤਰੀ ਬਣਾ ਦਿੱਤੇ ਗਏ। ਭਗਵਤ ਦਿਆਲ ਸ਼ਰਮਾ ਤੇ ਡਾਕਟਰ ਪਰਮਾਰ ਕ੍ਰਮਵਾਰ ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀ ਬਣਾਏ ਗਏ। ਇਹ ਕੋਈ ਕੁਦਰਤੀ ਹੀ ਨਹੀਂ ਸੀ ਕਿ ਜਿਉਂ ਹੀ ਪੰਜਾਬ ਦੀ ਭਾਸ਼ਾ ਦੇ ਆਧਾਰ ਤੇ ਵੰਡ ਕੀਤੀ ਗਈ ਤਾਂ ਇਸ ਸੂਬੇ ਵਿੱਚ ਨਵੇਂ ਬਣਾਏ ਤਿੰਨਾਂ ਹੀ ਰਾਜਾਂ ਨੇ ਖੇਤੀ, ਬਾਗਬਾਨੀ ਤੇ ਉਦਯੋਗ ਵਿੱਚ ਬੜੀ ਤਰੱਕੀ ਕੀਤੀ। ਪੰਜਾਬੀ ਸੂਬੇ ਨੇ ਖੇਤੀ ਦੇ ਢੰਗਾਂ ਦੇ ਆਧੁਨਿਕੀਕਰਨ ਵਿੱਚ ਸਾਰੇ ਭਾਰਤ ਦੀ ਅਗਵਾਈ ਕੀਤੀ ਤੇ ਉਸ ਦੇ ਮਗਰ ਹਰਿਆਣਾ ਤੁਰਿਆ। ਇੱਥੋਂ ਤੱਕ ਕਿ ਪਹਾੜਾਂ ਵਿੱਚ ਘਿਰਿਆ ਹਿਮਾਚਲ ਪ੍ਰਦੇਸ਼ ਵੀ ਆਲੂਆਂ ਤੇ ਫਲਾਂ ਦੀ ਖੇਤੀ ਦਾ ਭੰਡਾਰੀ ਬਣਨ ਵਿੱਚ ਸਾਰੇ ਮੁਲਕ ਤੋਂ ਅੱਗੇ ਨਿਕਲ ਗਿਆ। ਫਰਵਰੀ 1967 ਵਿੱਚ ਆਮ ਚੋਣਾਂ ਹੋਈਆਂ। ਅਕਾਲੀਆਂ, ਜਨਸੰਘ ਤੇ ਕਮਿਊਨਿਸਟਾਂ ਤੇ ਆਧਾਰਿਤ ਸਾਂਝੇ ਫਰੰਟ ਨੇ 104 ਦੀ ਅਸੈਂਬਲੀ ਵਿੱਚੋਂ 53 ਸੀਟਾਂ ਲੈ ਕੇ ਬਹੁ ਗਿਣਤੀ ਪ੍ਰਾਪਤ ਕਰ ਲਈ ਤੇ ਕਾਂਗਰਸ ਨੂੰ ਹਰਾ ਦਿੱਤਾ, ਜਿਸ ਨੂੰ ਸਿਰਫ 43 ਸੀਟਾਂ ਹੀ ਮਿਲੀਆਂ। ਕਾਂਗਰਸ ਦੇ ਹਾਰਨ ਵਾਲੇ ਉਮੀਦਵਾਰਾਂ ਵਿੱਚ ਮੁੱਖ ਮੰਤਰੀ ਮੁਸਾਫਰ ਵੀ ਸੀ, ਜਿਸ ਨੂੰ ਨਵੇਂ ਉੱਠ ਰਹੇ ਕਮਿਊਨਿਸਟ ਆਗੂ ਸਤਿਆਪਾਲ ਡਾਂਗ ਨੇ ਹਰਾ ਦਿੱਤਾ। ਸਾਂਝੇ ਮੋਰਚੇ ਨੇ ਗੁਰਨਾਮ ਸਿੰਘ ਨੂੰ ਮੁੱਖ ਮੰਤਰੀ ਚੁਣਿਆ। ਉਹਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਵਿੱਚ ਡਾਕਟਰ ਬਲਦੇਵ ਪ੍ਰਕਾਸ਼, ਜੋ ਕੁਝ ਚਿਰ ਪਹਿਲਾਂ ਤੱਕ ਪੰਜਾਬੀ ਸੂਬੇ ਦਾ ਕੱਟੜ ਵਿਰੋਧੀ ਰਿਹਾ ਸੀ, ਲਛਮਣ ਸਿੰਘ ਗਿੱਲ, ਜੋ ਉਹਦੇ ਜਿਤਨਾ ਹੀ ਪੰਜਾਬੀ ਸੂਬੇ ਦਾ ਕੱਟੜ ਸਮਰਥਕ ਸੀ, ਤੇ ਸਤਿਆਪਾਲ ਡਾਂਗ ਸ਼ਾਮਲ ਸਨ। ਇਹ ਛੇਤੀ ਹੀ ਜ਼ਾਹਰ ਹੋ ਗਿਆ ਕਿ ਜਿਹੜੇ ਅਕਾਲੀ ਪੰਜਾਬੀ ਸੂਬੇ ਦੇ ਸਵਾਲ ਤੇ ਸਿੱਖ ਜਨਤਾ ਦਾ ਸਮਰਥਨ ਪ੍ਰਾਪਤ ਕਰ ਲੈਂਦੇ ਸਨ, ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਪਿੱਛੋਂ ਭੰਬਲ ਭੂਸੇ ਵਿੱਚ ਸਨ ਕਿ ਉਹ ਹੁਣ ਅੱਗੋਂ ਕੀ ਕਰਨ। ਸੰਤ ਫਤਿਹ ਸਿੰਘ, ਜੋ ਅਕਾਲੀਆਂ ਦੇ ਸਭ ਤੋਂ ਵੱਡੇ ਧੜੇ ਦਾ ਆਗੂ ਸੀ,
ਉਸਨੇ ਐਲਾਨ ਕਰ ਦਿੱਤਾ ਕਿ ਜਿਹੜੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰਹਿ ਗਏ ਹਨ, ਉਹਨਾਂ ਨੂੰ ਭਾਸ਼ਾਈ ਲੀਹਾਂ ਦੇ ਆਧਾਰ 'ਤੇ ਦੁਬਾਰਾ ਹੱਦਬੰਦੀ ਕਰਕੇ ਪੰਜਾਬ ਵਿੱਚ ਸ਼ਾਮਲ ਕੀਤਾ ਜਾਵੇ ਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਛੋਟੇ ਪਰ ਵਧੇਰੇ ਰੌਲਾ ਪਾਉਣ ਵਾਲੇ ਮਾਸਟਰ ਤਾਰਾ ਸਿੰਘ ਦੇ ਧੜੇ ਨੇ ਤਾਂ ਇਹ ਗੱਲ ਨਸ਼ਰ ਹੀ ਕਰ ਦਿੱਤੀ ਕਿ ਉਹਨਾਂ ਨੇ ਭਾਸ਼ਾ ਨੂੰ ਤਾਂ ਐਸੇ ਰਾਜ ਦੀ ਪ੍ਰਾਪਤੀ ਲਈ ਵਰਤਿਆ ਜਿਸ ਵਿੱਚ ਸਿੱਖਾਂ ਦੀ ਬਹੁ ਗਿਣਤੀ ਹੋਵੇ, ਜਿਸ ਵਿੱਚ ਉਹ ਸਿੱਖ ਰਵਾਇਤਾਂ ਤੇ ਪਛਾਣ ਨੂੰ ਕਾਇਮ ਰੱਖ ਸਕਣ, ਪਰੰਤੂ ਉਹ ਵੀ ਪੂਰੀ ਤਰ੍ਹਾਂ ਆਪਣੀ ਮੰਗ ਨੂੰ ਵਿਸਥਾਰ ਨਾਲ ਸਪਸ਼ਟ ਨਾ ਕਰ ਸਕੇ। ਇਸ ਬਹੁਤੀ ਤਿੱਖੀ ਸੁਰ ਵਾਲੇ ਧੜੇ 'ਚੋਂ ਇੱਕ ਹੋਰ ਗਰਮ ਖਿਆਲੀ ਧੜਾ ਪੈਦਾ ਹੋ ਗਿਆ, ਜੋ ਆਜ਼ਾਦ ਸਿੱਖ ਰਾਜ ਕਾਇਮ ਕਰਨ ਦੀ ਪ੍ਰਤਿੱਗਿਆ ਕਰੀ ਬੈਠਾ ਸੀ। ਕਿਸੇ ਵੀ ਆਰਥਿਕ, ਸਮਾਜਿਕ ਤੇ ਰਾਜਸੀ ਉਦੇਸ਼ਾਂ ਦੀ ਅਣਹੋਂਦ ਕਾਰਨ ਤੇ ਜਿਨ੍ਹਾਂ ਧੜਿਆਂ ਨਾਲ ਪੰਜਾਬੀ ਸਿਆਸਤਦਾਨ ਸੰਬੰਧਿਤ ਸਨ, ਉਹਨਾਂ ਪ੍ਰਤੀ ਵਫਾਦਾਰ ਨਾ ਹੋਣ ਕਾਰਨ ਨਿੱਜੀ ਉੱਨਤੀ ਹੀ ਉਹਨਾਂ ਦਾ ਮੁੱਖ ਨਿਸ਼ਾਨਾ ਤੇ ਪ੍ਰੇਰਨਾ ਬਣ ਗਈ। ਆਉਣ ਵਾਲੇ ਸਾਲਾਂ ਵਿੱਚ ਉਹ ਦਲ ਬਦਲੀ ਤੇ ਪਾਰਟੀਬਾਜ਼ੀ ਵਿੱਚ ਉਲਝ ਗਏ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂ ਗਿਆਨ ਸਿੰਘ ਰਾੜੇਵਾਲਾ ਨੇ ਮਾਸਟਰ ਤਾਰਾ ਸਿੰਘ ਦੇ ਧੜੇ ਦੇ ਨੇਤਾ ਲਛਮਣ ਸਿੰਘ ਗਿੱਲ ਨੂੰ ਨਾਲ ਗੰਢ ਕੇ 8 ਮਾਰਚ 1967 ਤੋਂ ਲੈ ਕੇ 25 ਨਵੰਬਰ 1967 ਤੱਕ 8 ਮਹੀਨਿਆਂ ਦੇ ਗੁਰਨਾਮ ਸਿੰਘ ਮੰਤਰੀ ਮੰਡਲ ਦੀ ਸਰਕਾਰ ਉਲਟਾ ਦਿੱਤੀ। ਗਿੱਲ 27 ਨਵੰਬਰ 1967 ਤੋਂ ਲੈ ਕੇ 23 ਅਗਸਤ 1968 ਤੱਕ 9 ਮਹੀਨੇ ਲਈ ਮੁੱਖ ਮੰਤਰੀ ਰਿਹਾ। ਕਿਉਂਕਿ ਉਹ ਮਾਸਟਰ ਤਾਰਾ ਸਿੰਘ ਦੇ ਦਲ ਨਾਲ ਸੰਬੰਧਿਤ ਸੀ, ਉਸਨੇ ਆਪਣੇ ਸਰਪ੍ਰਸਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕਰਨ ਵਿੱਚ ਸਹਾਇਤਾ ਕੀਤੀ, ਜਿਸ ਦਾ ਕਦੇ ਉਹ ਸਕੱਤਰ ਰਿਹਾ ਸੀ। ਉਸਨੇ ਸੰਤ ਧੜੇ 'ਤੇ ਭ੍ਰਸ਼ਟਾਚਾਰ ਦੇ ਦੋਸ਼ ਲਾ ਕੇ ਸੰਤ ਫਤਿਹ ਸਿੰਘ ਦੇ ਖਾਸ ਆਦਮੀ ਸੱਜਾ ਹੱਥ ਸੰਤ ਚੰਨਣ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਸ ਦੇ ਨਾਲ ਹੀ ਉਸਨੇ ਦੋਹਾਂ ਸਦਨਾਂ ਵਿੱਚ ਸਰਕਾਰੀ ਭਾਸ਼ਾ ਐਕਟ ਪਾਸ ਕਰਕੇ ਸਿੱਖਾਂ ਵਿੱਚ ਵਾਹਵਾ ਖੱਟ ਲਈ। ਇਹ ਕਾਨੂੰਨ ਪਾਸ ਹੋਣ ਨਾਲ ਪੰਜਾਬੀ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨ ਦੀ ਭਾਸ਼ਾ ਬਣ ਗਈ। ਗਿੱਲ ਨੇ ਇਹ ਡਿੰਗ ਮਾਰੀ ਕਿ ਉਸਨੇ ਪੰਜਾਬੀ ਲਈ ਬਹੁਤ ਕੰਮ ਕਰ ਦਿਖਾਇਆ ਹੈ, ਜੋ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਹੁੰਦਿਆਂ ਵੀ ਨਹੀਂ ਕਰ ਸਕਿਆ ਸੀ। ਲਛਮਣ ਸਿੰਘ ਗਿੱਲ ਦਾ ਸਮਾਂ ਹੁੱਲੜਬਾਜੀ ਲਈ ਉੱਘਾ ਰਿਹਾ। ਅਸੈਂਬਲੀ ਨੂੰ 11 ਮਾਰਚ 1968 ਨੂੰ ਰਾਜਪਾਲ ਦੇ ਆਦੇਸ਼ ਨਾਲ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ। 22 ਨਵੰਬਰ 1967 ਨੂੰ ਮਾਸਟਰ ਤਾਰਾ ਸਿੰਘ ਦੀ ਮ੍ਰਿਤੂ ਨਾਲ ਉਹਦਾ ਮੁੱਖ ਸਹਾਰਾ ਖਤਮ ਹੋ ਗਿਆ ਸੀ ਤੇ ਗੜੇਵਾਲਾ ਦੀ ਅਗਵਾਈ ਵਿਚਲੀ ਕਾਂਗਰਸ ਮੈਂਬਰਾਂ ਦੀ ਦਲ ਬਦਲੀ ਨਾਲ ਉਹਦੇ ਸਮਰਥਕ ਘੱਟ ਗਿਣਤੀ ਵਿੱਚ ਰਹਿ ਗਏ ਤੇ ਉਸ ਨੂੰ ਮਜਬੂਰ ਹੋ ਕੇ ਅਸਤੀਫਾ ਦੇਣਾ ਪਿਆ। ਪੰਜਾਬ ਉੱਪਰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ। 13 ਅਗਸਤ 1968 ਤੋਂ 17 ਫਰਵਰੀ 1969 ਤੱਕ ਦੇ 5 ਮਹੀਨਿਆਂ ਲਈ ਰਾਜਪਾਲ ਡੀ.ਸੀ. ਪਾਵਟੇ ਨੇ 2 ਸਲਾਹਕਾਰਾਂ ਦੀ ਸਹਾਇਤਾ ਨਾਲ ਰਾਜ-ਕਾਜ ਚਲਾਇਆ। 1969 ਦੀਆਂ ਮੱਧਕਾਲੀ ਚੋਣਾਂ ਨੇ ਪੰਜਾਬ ਦੀਆਂ ਰਾਜਸੀ ਪਾਰਟੀਆਂ ਵਿੱਚ ਪ੍ਰਚਲਿਤ ਧੜੇਬੰਦੀ ਜ਼ਾਹਰ ਕਰ ਦਿੱਤੀ। ਪੰਜਾਬ ਪ੍ਰਦੇਸ਼ ਕਾਂਗਰਸ ਇਕਾਈ ਉੱਪਰ ਰਾੜੇਵਾਲੇ ਦੀ ਚੌਧਰ ਨੂੰ ਗਿਆਨੀ ਜ਼ੈਲ ਸਿੰਘ ਨੇ ਸਫਲਤਾ ਸਹਿਤ ਵੰਗਾਰ ਪਾਈ। ਰਾੜੇਵਾਲਾ ਨੇ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਕਾਂਗਰਸ ਤੋਂ ਤਿਆਗ ਪੱਤਰ ਦੇ ਦਿੱਤਾ। ਅਕਾਲੀ ਵੀ ਵੰਡੇ ਹੋਏ ਸਨ। ਆਗੂ ਰਹਿਤ ਮਾਸਟਰ ਤਾਰਾ ਸਿੰਘ ਧੜੇ ਦਾ ਪਿੰਡਾਂ ਵਿੱਚ ਕੋਈ ਸਮਰਥਕ ਹੀ ਨਾ ਰਿਹਾ। ਸ਼ਹਿਰਾਂ ਤੇ ਕਸਬਿਆਂ ਵਿੱਚ ਉਹਨਾਂ ਦੀ ਗਿਣਤੀ ਕਾਫੀ ਘਟ ਗਈ। ਆਪਣੀ ਕਮਜ਼ੋਰੀ ਅਨੁਭਵ ਕਰਦਿਆਂ ਤਾਰਾ ਸਿੰਘ ਧੜੇ ਦੇ ਅਕਾਲੀ ਫਤਿਹ ਸਿੰਘ ਧੜੇ ਦੇ ਗੌਣ ਭਾਈਵਾਲ ਬਣ ਕੇ ਚੋਣ ਲੜਨ ਲਈ ਸਹਿਮਤ ਹੋ ਗਏ। ਸੰਤ ਫਤਿਹ ਸਿੰਘ ਜਨਸੰਘ ਤੇ ਕਮਿਊਨਿਸਟਾਂ ਦਾ ਸਹਿਯੋਗ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ। ਉਸਨੇ ਇਹ ਸਪਸ਼ਟ ਐਲਾਨ ਕਰਕੇ ਉਹਨਾਂ ਨੂੰ ਸੰਤੁਸ਼ਟ ਕਰ ਦਿੱਤਾ ਕਿ ਪੰਜਾਬੀ ਸੂਬੇ ਦੀ ਪ੍ਰਾਪਤੀ ਪਿੱਛੋਂ ਉਹ ਹੱਦਬੰਦੀ ਦੀ ਹੋਰ ਤਬਦੀਲੀ ਦੀ ਇੱਛਾ ਨਹੀਂ ਕਰਦਾ ਤੇ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਤੇ ਪੰਜਾਬ ਦੀ ਸੰਪਰਕ ਭਾਸ਼ਾ ਵੀ ਪ੍ਰਵਾਨ ਕਰਵਾ ਦਿੱਤਾ। 1969 ਫਰਵਰੀ ਵਿੱਚ ਜੋ ਚੋਣਾਂ ਹੋਈਆਂ, ਉਹ ਸੰਤ ਫਤਿਹ ਸਿੰਘ ਲਈ ਵੀ ਵੱਡੀ ਜਿੱਤ ਸਨ। ਪਹਿਲੀ ਵਾਰ ਅਕਾਲੀ ਵਿਧਾਨ ਸਭਾ ਵਿੱਚ ਇੱਕ ਵੱਡੀ ਪਾਰਟੀ ਬਣ ਕੇ ਉੱਭਰੇ। ਇਸ ਨੇ 140 ਵਿੱਚੋਂ 43, ਕਾਂਗਰਸ ਨੇ 38 ਤੇ ਜਨ ਸਿੰਘ ਨੇ 8। ਇਸ ਦਾ ਨੇਤਾ ਬਲਦੇਵ ਪ੍ਰਕਾਸ਼ ਚੋਣ ਹਾਰ ਗਿਆ ਸੀ। ਸੀਟਾਂ ਜਿੱਤੀਆਂ ਤੇ ਬਾਕੀ ਦੀਆਂ ਸੀਟਾਂ ਕਮਿਊਨਿਸਟਾਂ, ਸੋਸ਼ਲਿਸਟਾਂ ਤੇ ਆਜ਼ਾਦ ਮੈਂਬਰਾਂ ਨੇ ਜਿੱਤੀਆਂ। ਗੁਰਨਾਮ ਸਿੰਘ ਦੁਬਾਰਾ ਅਕਾਲੀ ਪਾਰਟੀ ਦਾ ਆਗੂ ਚੁਣ ਲਿਆ ਗਿਆ ਤੇ ਉਸ ਨੂੰ ਫਿਰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਗਿਆ। ਭਾਵੇਂ ਗੁਰਨਾਮ ਸਿੰਘ ਨੇ ਸੰਪਰਦਾਇਕ ਇਕਸੁਰਤਾ, ਪੰਜਾਬ ਇਕੱਲੇ ਲਈ ਚੰਡੀਗੜ੍ਹ ਦੀ ਪ੍ਰਾਪਤੀ, ਪਛੜੀਆਂ ਸ਼੍ਰੇਣੀਆਂ ਦਾ ਉਧਾਰ, ਪਿੰਡਾਂ ਦਾ ਬਿਜਲੀਕਰਨ ਜਿਹੇ 10 ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ, ਪਰ ਉਸਨੇ ਕਾਂਗਰਸ ਦੇ ਵਿਰੋਧੀਆਂ ਵਿਰੁੱਧ ਵਿਕਾਸ ਨਾਲੋਂ ਬਦਲੇ ਦੀ ਭਾਵਨਾ ਨਾਲ ਵਧੇਰੇ ਉਤਸ਼ਾਹ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਸ਼ਹਿਰਾਂ ਵਿੱਚ ਕਾਂਗਰਸ ਦੀ ਸਥਿਤੀ ਕਾਫੀ ਮਜ਼ਬੂਤ ਸੀ, ਇਸ ਲਈ ਉਸਨੇ 47 ਨਗਰ ਪਾਲਿਕਾਵਾਂ ਦੀਆਂ ਚੋਣਾਂ ਅੱਗੇ ਪਾ ਦਿੱਤੀਆਂ ਤੇ ਜਲੰਧਰ ਨਗਰ ਪਾਲਿਕਾ, ਜਿੱਥੇ ਕਾਂਗਰਸ ਦਾ ਬਹੁਮਤ ਸੀ, ਉਸ ਨੂੰ ਭੰਗ ਕਰ ਦਿੱਤਾ। ਉਸਨੇ ਲਛਮਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੀ ਮੁੱਖ ਮੰਤਰੀ ਦੇ ਅਲਪਕਾਲ ਸਮੇਂ ਦੇ ਕੰਮਾਂ ਵਿਰੁੱਧ ਭ੍ਰਸ਼ਟਾਚਾਰ ਦੇ ਦੋਸ਼ ਲਾਏ। ਜਿਹੜੇ ਉਸਨੇ ਉਸਾਰੂ ਕਦਮ ਉਠਾਏ, ਉਹਨਾਂ ਵਿੱਚ ਵਿਧਾਨ ਪ੍ਰੀਸ਼ਦ ਖਤਮ ਕਰਨਾ ਸ਼ਾਮਲ ਸੀ। ਬਾਹਰੋਂ ਕਾਂਗਰਸ ਵਿਰੋਧੀ ਦਿਸਦੇ ਗੁਰਨਾਮ ਸਿੰਘ ਨੇ
ਅੰਦਰੋਂ ਅੰਦਰੀ ਕਾਂਗਰਸ ਨੇਤਾਵਾਂ ਨਾਲ ਗਾਂਢ-ਸਾਂਢ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਇਹ ਮੌਕਾ ਉਦੋਂ ਹੱਥ ਲੱਗਾ ਜਦੋਂ 1969 ਵਿੱਚ ਭਾਰਤੀ ਗਣਰਾਜ ਦੇ ਰਾਸ਼ਟਰਪਤੀ ਦੀ ਚੋਣ ਸਮੇਂ ਕਾਂਗਰਸ ਦੇ ਦੋਹਾਂ ਧੜਿਆਂ ਵਿੱਚ ਟੱਕਰ ਹੋ ਗਈ। ਗੁਰਨਾਮ ਸਿੰਘ ਨੇ ਇੰਦਰਾ ਗਾਂਧੀ ਦੇ ਉਮੀਦਵਾਰ ਵੀ ਗਿਰੀ ਦੇ ਸਮਰਥਨ ਦਾ ਭਰੋਸਾ ਦਿੱਤਾ, ਜੋ ਥੋੜ੍ਹੀ ਜਿਹੀ ਬਹੁ ਗਿਣਤੀ ਵੋਟਾਂ ਨਾਲ ਜਿੱਤ ਗਿਆ। ਸੰਤ ਫਤਿਹ ਸਿੰਘ ਦੇ ਧੜੇ ਤੇ ਮਾਸਟਰ ਭਾਗ ਸਿੰਘ ਦੇ ਪੈਰੋਕਾਰਾਂ ਵਿੱਚ ਟੱਕਰ ਨੇ ਗੁਰਨਾਮ ਸਿੰਘ ਦੀ ਸਥਿਤੀ ਬਹੁਤ ਖਰਾਬ ਕਰ ਦਿੱਤੀ। ਤਾਰਾ ਸਿੰਘ ਦੇ ਪੈਰੋਕਾਰਾਂ ਨੇ ਸੰਤ ਫਤਿਹ ਸਿੰਘ ਵਿਰੁੱਧ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਤੇ ਉਸ ਉੱਪਰ ਮਰਨ ਵਰਤ ਤੋੜਨ ਤੇ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ ਗਿਆ ਤਾਂ 27 ਦਸੰਬਰ 1966 ਨੂੰ ਆਤਮਦਾਹ ਕਰਨ ਦੇ ਪ੍ਰਣ ਤੋਂ ਭੱਜ ਜਾਣ ਕਰਕੇ ਬੇਈਮਾਨੀ ਤੇ ਅਵਗਿਆ ਕਰਨ ਦੇ ਦੋਸ਼ ਲਾਏ। ਜਦੋਂ ਦੋਹਾਂ ਧੜਿਆਂ ਵੱਲੋਂ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀ ਤੇ ਮੋੜਵੀਂ ਦੂਸ਼ਣਬਾਜ਼ੀ ਕੀਤੀ ਜਾ ਰਹੀ ਸੀ ਤਾਂ ਦਰਸ਼ਨ ਸਿੰਘ ਫੇਰੂਮਾਨ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ, ਜਿੱਥੇ ਉਹਨੂੰ 3 ਦਿਨ ਪਹਿਲਾਂ ਲਿਆਂਦਾ ਗਿਆ ਸੀ, 15 ਅਗਸਤ 1969 ਨੂੰ ਮਰਨ ਵਰਤ ਰੱਖਣ ਦਾ ਐਲਾਨ ਕਰ ਦਿੱਤਾ। ਫੇਰੂਮਾਨ ਨੇ ਆਪਣੀ ਪ੍ਰਤਿੱਗਿਆ ਪੂਰੀ ਕੀਤੀ ਤੇ 74 ਦਿਨਾਂ ਦੀ ਭੁੱਖ ਹੜਤਾਲ ਪਿੱਛੋਂ 27 ਅਕਤੂਬਰ 1969 ਨੂੰ ਪ੍ਰਾਣ ਤਿਆਗ ਦਿੱਤੇ। ਉਹਦੇ ਸੰਸਕਾਰ ਸਮੇਂ ਭਾਰੀ ਹਜ਼ੂਮ ਨੇ ਗੁਰਨਾਮ ਸਿੰਘ ਦੀ ਸਰਕਾਰ ਤੇ ਸੰਤ ਫਤਿਹ ਸਿੰਘ ਵਿਰੁੱਧ ਨਾਅਰੇ ਲਾਏ। ਕੁਝ ਸਮੇਂ ਲਈ ਗੁਰਨਾਮ ਸਿੰਘ ਨੇ ਸੰਤ ਫਤਿਹ ਸਿੰਘ ਦਾ ਸਮਰਥਨ ਕੀਤਾ ਤੇ ਚੰਡੀਗੜ੍ਹ ਪੰਜਾਬ ਵਾਸਤੇ ਮੰਗ ਕਰਨ ਲਈ ਸਿੱਖ ਹਿੱਤਾਂ ਦੇ ਰਖਵਾਲੇ ਵਜੋਂ ਉਹਦਾ ਅਕਸ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ। ਹਿੰਦੂ ਸਿੱਖ ਤਣਾਅ ਫਿਰ ਇੱਕ ਵਾਰ ਉਭਰਿਆ। ਹਰਿਆਣਾ ਵਿੱਚ ਹਿੰਦੂ ਕਾਲਜ ਦੇ ਵਿਦਿਆਰਥੀਆਂ ਨੇ ਸਿੱਖਾਂ ਵਿਰੁੱਧ ਹੁੱਲੜਬਾਜ਼ੀ ਕੀਤੀ। ਗੁਰਨਾਮ ਸਿੰਘ ਤੇ ਸੰਤ ਫਤਿਹ ਸਿੰਘ ਦਾ ਸੰਤ ਦੀ ਇਸ ਮੰਗ ਤੇ ਵਿਗਾੜ ਹੋ ਗਿਆ ਕਿ ਗੁਰਨਾਮ ਸਿੰਘ ਤੇ ਸਾਰੇ ਅਕਾਲੀ ਵਿਧਾਇਕ ਵਿਧਾਨ ਸਭਾ ਤੋਂ ਤਿਆਗ ਪੱਤਰ ਦੇ ਦੇਣ। ਗੁਰਨਾਮ ਸਿੰਘ ਨੇ ਇਨਕਾਰ ਕਰ ਦਿੱਤਾ। ਸੰਤ ਫਤਿਹ ਸਿੰਘ ਨੇ ਉਸ ਦੀ ਨਿੰਦਿਆ ਕੀਤੀ ਤੇ ਸਿੱਖ ਜਨਤਾ ਦਾ ਵਿਸ਼ਵਾਸ ਜਿੱਤਣ ਦੀ ਸਿਰ ਤੋੜ ਕੋਸ਼ਿਸ਼ ਕੀਤੀ। ਉਸ ਨੇ 26 ਜਨਵਰੀ 1970 ਵਿੱਚ ਇੱਕ ਵਾਰ ਫਿਰ ਮਰਨ ਵਰਤ ਰੱਖਿਆ ਤੇ ਪ੍ਰਤਿੱਗਿਆ ਕੀਤੀ ਕਿ ਜੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਨਾ ਕੀਤਾ ਗਿਆ ਤਾਂ ਉਹ ਆਪਣੀ ਜਾਨ ਦੇ ਦੇਵੇਗਾ। ਹੁਣ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਖਲ ਦਿੱਤਾ। ਉਸ ਨੇ 29 ਜਨਵਰੀ 1970 ਨੂੰ ਇੱਕ ਵਾਰ ਫਿਰ ਉਹ ਫੈਸਲਾ ਦਿੱਤਾ ਜਿਸ ਬਾਰੇ ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਪ੍ਰਤੀ ਅਣਉਚਿਤ ਸੀ ਤੇ ਇਹ ਕਈ ਸਾਲਾਂ ਵਾਸਤੇ ਸਮੱਸਿਆ ਬਣਿਆ ਰਹੇਗਾ। ਉਸ ਨੇ ਚੰਡੀਗੜ੍ਹ ਤਾਂ ਪੰਜਾਬ ਨੂੰ ਦਿੱਤਾ, ਪਰ ਬਿਨਾਂ ਮੰਗਿਆ ਹੀ ਫਾਜ਼ਿਲਕਾ ਤਹਿਸੀਲ ਤੇ ਅਬੋਹਰ ਯਾਨੀ ਕਪਾਹ ਉਗਾਉਣ ਵਾਲੇ ਉਪਜਾਊ ਇਲਾਕੇ ਅਤੇ ਹਰਿਆਣੇ ਲਈ ਵੱਖਰੀ ਰਾਜਧਾਨੀ ਬਣਾਉਣ ਲਈ 10 ਕਰੋੜ ਰੁਪਏ ਹਰਿਆਣੇ ਨੂੰ ਦੇ ਦਿੱਤੇ। ਫਾਜ਼ਿਲਕਾ ਅਬੋਹਰ ਖੇਤਰ ਦੇ 115 ਵਿੱਚੋਂ ਘੱਟੋ-ਘੱਟ 60 ਪਿੰਡਾਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਵਾਈ ਤੇ ਇਹ ਖੇਤਰ ਹਰਿਆਣੇ ਦੇ ਨਾਲ ਵੀ ਨਹੀਂ ਲੱਗਦੇ ਸਨ। ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਸ ਨੇ ਇਹ ਤਜਵੀਜ਼ ਕੀਤਾ ਕਿ ਪੰਜਾਬ ਤੇ ਰਾਜਸਥਾਨ ਦੀ ਅੰਤਰਰਾਜੀ ਸੀਮਾ ਦੇ ਨਾਲ ਮੁਕਤਸਰ ਤਹਿਸੀਲ ਦੇ ਪਿੰਡ ਕੰਦੂਖੇੜਾ ਦਾ ਇੱਕ ਫਰਲੰਗ ਭੂਮੀ ਦਾ ਟੋਟਾ ਹਰਿਆਣੇ ਨੂੰ ਤਬਦੀਲ ਕਰ ਦਿੱਤਾ ਜਾਵੇ। ਇਸ ਤਰ੍ਹਾਂ ਉਸਨੇ ਪੰਜਾਬ ਤੇ ਹਰਿਆਣਾ ਦੀ ਸਿਆਸਤ ਵਿੱਚ ਉਹ ਅਸੰਗਤ ਤੱਤ ਮਿਲਾ ਦਿੱਤਾ ਜਿਹੜਾ ਛੇਤੀ ਹੀ ਨਸੂਰ ਬਣ ਗਿਆ। ਸਾਰਿਆਂ ਮੂਲ ਰਾਜਾਂ ਵਿੱਚੋਂ ਪੰਜਾਬ ਹੀ ਐਸਾ ਰਾਜ ਸੀ ਜਿਸ ਨੇ ਆਪਣੀ ਰਾਜਧਾਨੀ ਕਿਸੇ ਹੋਰ ਨਾਲ ਵੀ ਸਾਂਝੀ ਰੱਖਣੀ ਸੀ ਤੇ ਜਿਸ ਦੇ ਇਲਾਕੇ ਵਿੱਚੋਂ ਲਾਂਘਾ ਵੀ ਦਿੱਤਾ ਜਾਣਾ ਸੀ। ਦੋਵੇਂ ਗੁਰਨਾਮ ਸਿੰਘ ਤੇ ਸੰਤ ਫਤਿਹ ਸਿੰਘ ਚੰਡੀਗੜ੍ਹ ਦੀ ਪ੍ਰਾਪਤੀ ਦਾ ਦਾਅਵਾ ਕਰਦੇ ਸਨ। ਦੋਵਾਂ ਦੇ ਸਬੰਧ ਬੇਹੱਦ ਖਰਾਬ ਹੋ ਗਏ। ਜਿਉਂ-ਜਿਉਂ ਫਤਿਹ ਸਿੰਘ ਦੇ ਸਮਰਥਕ ਗੁਰਨਾਮ ਸਿੰਘ ਦਾ ਸਾਥ ਛੱਡਣ ਲੱਗੇ, ਗੁਰਨਾਮ ਸਿੰਘ ਨੇ ਸਹਾਇਤਾ ਲੈਣ ਲਈ ਕਾਂਗਰਸ ਦਾ ਰੁਖ ਕੀਤਾ। ਕਾਂਗਰਸੀਆਂ ਨੇ ਉਹਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ 25 ਮਾਰਚ 1970 ਨੂੰ ਹਾਰ ਪਿੱਛੋਂ ਉਹਦੀ ਵਜ਼ਾਰਤ ਦਾ ਭੋਗ ਪੈ ਗਿਆ। ਅਕਾਲੀਆਂ ਨੇ ਉਸ ਨੂੰ ਪਾਰਟੀ ਵਿੱਚੋਂ ਕੱਢ ਕੇ ਉਹਦੇ ਜ਼ਖਮਾਂ ਤੇ ਲੂਣ ਛਿੜਕ ਦਿੱਤਾ। ਰਾਜ ਪ੍ਰਬੰਧ ਸੰਭਾਲਣ ਦੀ ਕਾਂਗਰਸੀ ਕੋਸ਼ਿਸ਼ ਨੂੰ ਅਕਾਲੀਆਂ ਨੇ ਨਾਕਾਮ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ 54 ਵਿਧਾਇਕ ਇਕੱਠੇ ਕਰਕੇ ਗਵਰਨਰ ਦੀ ਰਿਹਾਇਸ਼ ਵਿੱਚ ਜਲੂਸ ਦੀ ਸ਼ਕਲ ਵਿੱਚ ਲੈ ਗਿਆ ਤੇ ਨਵੇਂ ਮੁੱਖ ਮੰਤਰੀ ਵਜੋਂ ਆਪਣਾ ਦਾਅਵਾ ਪੇਸ਼ ਕਰ ਦਿੱਤਾ। ਮਾਰਚ 27, 1970 ਉਸ ਨੂੰ ਇੱਕ ਹੋਰ ਅਕਾਲੀ ਤੇ ਜਨਸੰਘ ਪਾਰਟੀ ਦੇ ਨੇਤਾ ਨਾਲ ਆਪਣੇ ਪਦ ਦੀ ਸਹੁੰ ਚੁਕਾਈ ਗਈ। ਨਵੇਂ ਮੁੱਖ ਮੰਤਰੀ ਨੂੰ ਸੰਭਾਵੀ ਦਲ ਬਦਲੂਆਂ ਤੇ ਆਪਣੇ ਸਮਰਥਕਾਂ ਨੂੰ ਖੁਸ਼ ਰੱਖਣ ਲਈ ਪੂਰੀ ਵਾਹ ਲਾਉਣੀ ਪਈ ਤੇ ਜਦੋਂ ਇਹ ਸੰਭਵ ਨਾ ਹੋਇਆ ਤਾਂ ਉਸਨੇ ਵਿਧਾਨਕ ਗਤੀਵਿਧੀਆਂ ਨੂੰ ਪਾਸੇ ਰੱਖ ਕੇ ਯਾਨੀ ਆਰਡੀਨੈਂਸਸ ਅਧਿਆਦੇਸ਼ਾਂ ਰਾਹੀਂ ਰਾਜ ਪ੍ਰਬੰਧ ਨੂੰ ਚਲਾਉਣ ਦਾ ਯਤਨ ਕੀਤਾ। ਗਵਰਨਰ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਮਾਰਚ 1971 ਦੀਆਂ ਲੋਕ ਸਭਾ ਚੋਣਾਂ ਨੇ ਸਿੱਖ ਜਨਤਾ ਦੀ ਅਕਾਲੀਆਂ ਨਾਲ ਪ੍ਰਤੀਬੱਧਤਾ ਦਾ ਪੂਰੀ ਤਰ੍ਹਾਂ ਭਾਂਡਾ ਭੰਨ ਦਿੱਤਾ ਤੇ ਭੁਲੇਖਾ ਦੂਰ ਕਰ ਦਿੱਤਾ। ਲੋਕ ਸਭਾ ਦੀਆਂ 13 ਸੀਟਾਂ ਤੋਂ 10 ਉੱਪਰ ਕਾਂਗਰਸ ਦਾ ਕਬਜ਼ਾ ਹੋ ਗਿਆ। ਇੱਕ ਕਮਿਊਨਿਸਟਾਂ ਨੇ ਜਿੱਤ ਲਈ ਤੇ ਅਕਾਲੀਆਂ ਦੇ ਹੱਥ ਇੱਕ ਹੀ ਸੀਟ ਆਈ। ਇਸ ਹਾਰ ਨੇ ਅਕਾਲੀਆਂ ਵਿੱਚ ਫੁੱਟ ਪਾ ਦਿੱਤੀ ਤੇ ਬਾਦਲ ਦੇ ਸਮਰਥਕਾਂ 'ਚੋਂ ਦਲ ਬਦਲੀ ਹੋਣੀ ਸ਼ੁਰੂ ਹੋ ਗਈ। ਇੱਕ ਪਾਸੇ ਜਨਸੰਘ ਤੇ ਦੂਸਰੇ ਪਾਸੇ ਗੁਰਨਾਮ ਸਿੰਘ ਦੀ ਅਗਵਾਈ ਵਾਲੇ ਗਰਮ ਖਿਆਲੀ ਅਕਾਲੀਆਂ ਨੇ ਉਹਦੀ ਸਥਿਤੀ ਅਸੁਰੱਖਿਅਤ ਤੇ ਅਸਥਿਰ ਕਰ ਦਿੱਤੀ।
15 ਮਹੀਨੇ ਦੀ ਸੌਦੇਬਾਜ਼ੀ ਤੇ ਪੈਂਤੜੇਬਾਜ਼ੀ ਕਾਰਨ ਬਾਦਲ ਹਾਰ ਗਿਆ ਤੇ ਉਸਨੇ 13 ਜੂਨ 1971 ਨੂੰ ਤਿਆਗ ਪੱਤਰ ਦੇ ਦਿੱਤਾ। ਇੱਕ ਵਾਰ ਫਿਰ ਪੰਜਾਬ ਵਿੱਚ ਪ੍ਰਧਾਨਗੀ ਰਾਜ ਲਾਗੂ ਹੋ ਗਿਆ। ਰਾਜਪਾਲ ਤੇ ਉਹਦੇ ਸਲਾਹਕਾਰਾਂ ਨੇ ਪ੍ਰਾਂਤ ਵਿੱਚ ਆਮ ਵਰਗੇ ਹਾਲਾਤ ਕਾਇਮ ਕਰਨ ਲਈ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। ਬਾਦਲ ਨੇ ਅਮੀਰ ਕਿਸਾਨਾਂ ਦਾ ਸਮਰਥਨ ਪ੍ਰਾਪਤ ਕਰਨ ਲਈ ਇੱਕ ਕਦਮ ਰਾਹੀਂ ਮਾਲੀਆ ਮਾਫ ਕਰ ਦਿੱਤਾ ਸੀ। ਇਸ ਨਾਲ ਸਰਕਾਰ ਨੂੰ ਪ੍ਰਤੀ ਸਾਲ 3.5 ਕਰੋੜ ਦਾ ਘਾਟਾ ਪਿਆ। ਗਵਰਨਰ ਨੇ 5 ਏਕੜ ਤੋਂ ਘੱਟ ਦੇ ਭੂਮੀ ਮਾਲਕਾਂ ਨੂੰ ਤਾਂ ਮਾਮਲੇ ਤੋਂ ਛੋਟ ਦੇ ਦਿੱਤੀ, ਪਰ ਜ਼ਿਆਦਾ ਭੂਮੀ ਦੇ ਮਾਲਕਾਂ ਤੇ ਮੁੜ ਮਾਮਲਾ ਲਗਾ ਦਿੱਤਾ। ਬਾਦਲ ਮੰਤਰੀ ਮੰਡਲ ਵੱਲੋਂ ਕੀਤੇ ਮਨਮਰਜ਼ੀ ਨਾਲ ਪੇਂਡੂ ਅਧਿਆਪਕਾਂ ਦੇ ਤਬਾਦਲੇ ਮਨਸੂਖ ਕਰ ਦਿੱਤੇ ਗਏ। ਵਿਦਿਆਰਥੀਆਂ ਤੇ ਕਮਿਊਨਿਸਟ ਨਕਸਲੀ ਕਾਰਜਕਰਤਾਵਾਂ ਦੀਆਂ ਕਾਰਵਾਈਆਂ ਉੱਪਰ ਤੇ ਵੱਡੇ ਪੈਮਾਨੇ ਤੇ ਪਾਕਿਸਤਾਨ ਤੋਂ ਹਸ਼ੀਸ਼, ਅਫੀਮ, ਸੋਨੇ ਤੇ ਸ਼ਰਾਬ ਦੀ ਤਸਕਰੀ ਉੱਪਰ ਰੋਕਥਾਮ ਕੀਤੀ ਗਈ। ਵਿਰੋਧੀ ਪਾਰਟੀ, ਜਿਸ ਨੇ ਬਾਦਲ ਤੇ ਉਹਦੇ ਅਕਾਲੀ ਸਹਿਯੋਗੀਆਂ ਨਾਲ ਬਹੁਤ ਕਿੜਾਂ ਕੱਢਣੀਆਂ ਸਨ, ਉਸ ਤੇ ਭ੍ਰਸ਼ਟਾਚਾਰ ਦੇ ਬਹੁਤ ਦੋਸ਼ ਲਾਏ। ਉਹਨਾਂ ਦੋਸ਼ਾਂ ਦੀ ਪੜਤਾਲ ਕਰਨ ਲਈ ਉਸ ਵਿਰੁੱਧ ਰਾਜਸਥਾਨ ਦੇ ਰਿਟਾਇਰਡ ਚੀਫ ਜਸਟਿਸ ਦੁਰਗਾ ਸ਼ੰਕਰ ਦੇ ਅਧੀਨ ਪੜਤਾਲੀਆ ਕਮਿਸ਼ਨ ਬਿਠਾਇਆ ਗਿਆ। ਬਾਦਲ ਨੇ ਇਸ ਚਾਲ ਨੂੰ ਨਾਕਾਮ ਕਰਨ ਲਈ ਇਹ ਮੰਗ ਕੀਤੀ ਕਿ ਇਹ ਆਯੋਗ ਗੁਰਨਾਮ ਸਿੰਘ ਦੇ ਮੰਤਰੀ ਮੰਡਲ ਦੀਆਂ ਬੇਕਾਇਦਗੀਆਂ ਦੀ ਪੜਤਾਲ ਵੀ ਕਰੇ। ਜਦੋਂ ਇਹ ਦੋਸ਼ ਤੇ ਪ੍ਰਤੀਦੋਸ਼ ਲਗਾਏ ਜਾ ਰਹੇ ਸਨ ਤਾਂ ਉਸ ਸਮੇਂ ਭਾਰਤ ਪਾਕਿਸਤਾਨ ਵਿੱਚ ਤਣਾਅ ਨੇ ਯੁੱਧ ਦਾ ਰੂਪ ਧਾਰ ਲਿਆ। ਬੰਗਾਲ ਵਿੱਚ ਭਾਰਤੀ ਫੌਜ ਨੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਬੰਗਲਾਦੇਸ਼ ਦੀ ਮੁਕਤੀ ਵਾਹਿਨੀ ਦੇ ਗੁਰੀਲਿਆਂ ਦੀ ਸਹਾਇਤਾ ਨਾਲ ਪਾਕਿਸਤਾਨ ਦਾ ਪੂਰਬੀ ਭਾਗ ਵਿੱਚ ਭੋਗ ਪਾ ਦਿੱਤਾ। ਪੰਜਾਬ ਨੂੰ ਪਾਕਿਸਤਾਨ ਦੇ ਜ਼ੋਰਦਾਰ ਹਮਲੇ ਦਾ ਮੁਕਾਬਲਾ ਸਹਿਣ ਕਰਨਾ ਪਿਆ। ਫਾਜ਼ਿਲਕਾ, ਹੁਸੈਨੀਵਾਲਾ, ਡੇਰਾ ਬਾਬਾ ਨਾਨਕ ਤੇ ਸ਼ਕਰਗੜ੍ਹ ਨੇੜੇ ਖੂਨੀ ਲੜਾਈਆਂ ਲੜੀਆਂ ਗਈਆਂ। ਹੁਸੈਨੀਵਾਲਾ ਤੇ ਵਿਸ਼ਾਲ ਲੋਹੇ ਦਾ ਪੁਲ ਪਾਕਿਸਤਾਨੀ ਫੌਜਾਂ ਨੂੰ ਪੁਲ ਪਾਰ ਕਰਕੇ ਆਉਣ ਤੋਂ ਰੋਕਣ ਲਈ ਉਡਾਉਣਾ ਪਿਆ। 14 ਦਿਨ ਦੀ ਜੰਗ ਭਾਰਤ ਦੀ ਸ਼ਾਨਦਾਰ ਜਿੱਤ ਨਾਲ ਖਤਮ ਹੋਈ। ਇਸ ਦਾ ਸਿਹਰਾ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਹੀ ਗਿਆ। ਉਸ ਨੂੰ ਭਾਰਤ ਰਤਨ ਦਾ ਸਨਮਾਨ ਦਿੱਤਾ ਗਿਆ ਤੇ ਉਸ ਦੀ ਲੋਕਪ੍ਰਿਯਤਾ ਬੇਮਿਸਾਲ ਤੇ ਅਛੂਹ ਸਿਖਰਾਂ ਛੂਹ ਗਈ। ਉਸ ਨੂੰ ਜਾਪਿਆ ਸੀ ਕਿ ਲੋਕਾਂ ਦੇ ਉਮਾਦ ਤੇ ਜੋਸ਼ ਕਾਰਨ ਜੋ ਸਾਰੇ ਮੁਲਕ ਵਿੱਚ ਵੇਖਣ ਨੂੰ ਮਿਲਿਆ ਹੈ ਤੇ ਜਿਸ ਨਾਲ ਉਸ ਦੀ ਸ਼ਾਨ ਤੇ ਮਾਣ ਵਧਿਆ ਹੈ, ਉਹ ਭਾਰਤ ਦੇ ਸਿਆਸੀ ਨਕਸ਼ੇ ਤੋਂ ਵਿਰੋਧੀ ਪਾਰਟੀਆਂ ਦਾ ਸਫਾਇਆ ਕਰ ਸਕਦੀ ਸੀ। ਪੰਜਾਬ ਵਿੱਚ ਲੜਾਈ ਪਿੱਛੋਂ ਸਥਿਤੀ ਬਾਕੀ ਭਾਰਤ ਨਾਲੋਂ ਵੱਖਰੀ ਨਹੀਂ ਸੀ। ਪੰਜਾਬ ਵਿੱਚ ਜਿਹੜੀ ਵਿਰੋਧੀ ਪਾਰਟੀ ਦਾ ਕੁਝ ਮਹੱਤਵ ਸੀ, ਉਹ ਅਕਾਲੀ ਪਾਰਟੀ ਸੀ। ਅਕਾਲੀ ਸਿਰਫ ਵੱਖ-ਵੱਖ ਲੜਾਕੇ ਧੜਿਆਂ ਵਿੱਚ ਹੀ ਵੰਡੇ ਹੋਏ ਨਹੀਂ ਸਨ, ਸਗੋਂ ਨਾ ਤਾਂ ਸੰਤ ਫਤਿਹ ਸਿੰਘ ਦੇ ਵੱਡੇ ਧੜੇ ਨੇ ਤੇ ਨਾ ਹੀ ਮਾਸਟਰ ਤਾਰਾ ਸਿੰਘ ਦੇ ਛੋਟੇ ਧੜੇ ਨੇ। ਜਿਸ ਢੰਗ ਨਾਲ ਉਹਨਾਂ ਨੇ ਹਕੂਮਤ ਦਾ ਕੰਮਕਾਜ ਚਲਾਇਆ ਸੀ, ਲੋਕਾਂ ਤੋਂ ਕੋਈ ਭੱਲ ਜਾਂ ਵਾਹਵਾ ਖੱਟੀ ਸੀ। ਮਾਸਟਰ ਤਾਰਾ ਸਿੰਘ ਮਰ ਚੁੱਕਾ ਸੀ ਤੇ ਸੰਤ ਫਤਿਹ ਸਿੰਘ ਦੀ ਬਦਨਾਮੀ ਹੋ ਚੁੱਕੀ ਸੀ। ਸੰਤ ਫਤਿਹ ਸਿੰਘ ਦੀ ਦਿੱਲੀ ਦੇ ਗੁਰਦੁਆਰਿਆਂ ਉੱਪਰ ਸਰਕਾਰ ਦੇ ਕਬਜ਼ਾ ਕਰਨ ਵਿਰੁੱਧ ਜਜ਼ਬਾਤ ਭੜਕਾਉਣ ਦੀ ਕੋਸ਼ਿਸ਼, ਯਾਨੀ ਕਿ ਜਿੱਥੇ ਅਕਾਲੀ ਪ੍ਰਬੰਧਕ ਬਹੁਤ ਭਾਰੀ ਧਨ ਦੀ ਹੇਰਾਫੇਰੀ ਤੇ ਗਬਨ ਦੇ ਦੋਸ਼ੀ ਪਾਏ ਗਏ ਸਨ ਦਾ ਉਹਦੀ ਉਮੀਦ ਅਨੁਸਾਰ ਕੋਈ ਹੁੰਗਾਰਾ ਨਾ ਮਿਲਿਆ। ਸੰਤ ਨੂੰ 15 ਅਗਸਤ 1972 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੰਦੋਲਨ ਦੇ ਫਲਸਰੂਪ 9000 ਹੋਰ ਅਕਾਲੀ ਜੇਲ੍ਹਾਂ ਵਿੱਚ ਭੇਜੇ ਗਏ। ਇਸ ਨੇ ਅੰਸ਼ਕ ਰੂਪ ਵਿੱਚ ਤਾਂ ਸੰਤ ਨੂੰ ਅਕਾਲੀ ਨੇਤਾ ਵਜੋਂ ਪੁਨਰ ਸਥਾਪਿਤ ਕਰ ਦਿੱਤਾ, ਪਰੰਤੂ ਇਸ ਨਾਲ ਲੋਕਾਂ ਦਾ ਉਹਦੇ ਪ੍ਰਤੀ ਵਿਸ਼ਵਾਸ ਤੇ ਭਰੋਸਾ ਨਾ ਵਧਿਆ। 1972 ਦੀਆਂ ਆਮ ਚੋਣਾਂ ਨੇ ਅਕਾਲੀਆਂ ਦਾ ਸਿਆਸੀ ਸੰਗਠਨ ਖੇਰੂ-ਖੇਰੂ ਕਰ ਦਿੱਤਾ। ਕਾਂਗਰਸ 66 ਸੀਟਾਂ ਜਿੱਤ ਗਈ ਤੇ ਉਹਨਾਂ ਦੇ ਸਹਿਯੋਗੀ ਕਮਿਊਨਿਸਟਾਂ ਨੂੰ 10, ਮਾਰਕਸੀਆਂ ਨੂੰ 1, ਆਜ਼ਾਦਾਂ ਨੂੰ 3 ਸੀਟਾਂ ਮਿਲੀਆਂ। ਅਕਾਲੀਆਂ ਨੂੰ 104 ਵਿੱਚੋਂ ਸਿਰਫ 24 ਸੀਟਾਂ ਮਿਲੀਆਂ। ਕਾਂਗਰਸ ਹੁਣ ਅਕਾਲੀਆਂ ਤੋਂ ਪਿੱਛਾ ਛੁਡਾ ਸਕਦੀ ਸੀ। 17 ਮਾਰਚ 1972 ਨੂੰ ਗਿਆਨੀ ਜ਼ੈਲ ਸਿੰਘ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ। ਗਿਆਨੀ ਜ਼ੈਲ ਸਿੰਘ ਦਾ 5 ਸਾਲ ਦਾ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਮਾਂ ਪੰਜਾਬ ਵਿੱਚ ਸਭ ਤੋਂ ਅਧਿਕ ਸਥਿਰਤਾ ਵਾਲਾ ਸੀ। ਭਾਵੇਂ ਉਹ ਜੱਟਾਂ ਦੀ ਬਹੁਲਤਾ ਤੇ ਪ੍ਰਬਲਤਾ ਵਾਲੀ ਸਿਆਸਤ ਵਿੱਚ ਇੱਕ ਰਾਮਗੜੀਆ ਸੀ, ਉਹ ਜੱਟਾਂ ਨੂੰ ਇੱਕ ਦੂਸਰੇ ਨਾਲ ਲੜਾਉਣ ਵਿੱਚ ਸਫਲ ਰਿਹਾ। ਉਸ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵਿਸ਼ਵਾਸ ਪ੍ਰਾਪਤ ਸੀ। ਉਹ ਰਾਜ ਦੀ ਸਰਕਾਰ ਨੂੰ ਸਹਿਯੋਗਤਾ ਨਾਲ ਚਲਾਉਣ ਵਿੱਚ ਉਸ ਸਮੇਂ ਵੀ ਸਫਲ ਰਿਹਾ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤੇ ਉਸ ਦੇ ਵਿਰੁੱਧ ਅਕਾਲੀਆਂ ਨੇ ਨਾ ਮਿਲਵਰਤਨ ਅੰਦੋਲਨ ਛੇੜ ਰੱਖਿਆ ਹੋਇਆ ਸੀ। ਪਰੰਤੂ ਉਸ ਦੀ ਮੁੱਖ ਭੂਮਿਕਾ ਸਿੱਖ ਰਾਜਨੀਤੀ ਤੋਂ ਬੜੀ ਦ੍ਰਿੜਤਾ ਤੇ ਸਿਰੜ ਨਾਲ ਅਕਾਲੀਆਂ ਦੀ ਚੌਧਰ ਨੂੰ ਵੰਗਾਰਨਾ ਸੀ। ਉਸ ਨੇ ਅਨੁਭਵ ਕਰ ਲਿਆ ਸੀ ਕਿ ਜਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀਆਂ ਦੇ ਕਬਜ਼ੇ ਵਿੱਚ ਹੈ, ਉਹਨਾਂ ਕੋਲ ਫੰਡ ਹਨ ਤੇ ਹਜ਼ਾਰਾਂ ਹੀ ਗ੍ਰੰਥੀਆਂ, ਸੇਵਾਦਾਰਾਂ ਤੇ ਰਾਗੀਆਂ ਦੀ ਨਿਯੁਕਤੀ ਦੀ ਤਾਕਤ ਹੈ। ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਨੂੰ ਚਲਾਉਣ ਵਾਲੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦੀ ਸਰਪ੍ਰਸਤੀ ਵਿੱਚ ਹਨ। ਉਦੋਂ ਤੱਕ ਉਹ ਰਾਜ ਵਿੱਚ ਅਤਿਅੰਤ ਸ਼ਕਤੀਸ਼ਾਲੀ ਰਹਿਣਗੇ। ਉਸ ਨੇ ਅਕਾਲੀਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਹਣ ਦੀ ਜ਼ਿੰਮੇਵਾਰੀ ਲਈ। ਉਹ ਜਾਣਦਾ ਸੀ
ਕਿ ਇਸ ਦਾ ਇੱਕੋ ਇੱਕ ਢੰਗ ਇਹ ਸੀ ਕਿ ਉਹ ਸਿੱਖ ਜਨਤਾ ਨੂੰ ਸਾਬਤ ਕਰੇ ਕਿ ਭਾਵੇਂ ਉਹ ਧਰਮ ਨਿਰਪੱਖਤਾ ਲਈ ਪ੍ਰਤੀਬੱਧ ਕਾਂਗਰਸੀ ਹੈ, ਪਰ ਉਹ ਅਕਾਲੀ ਨੇਤਾਵਾਂ ਨਾਲੋਂ ਵਧੀਆ ਸਿੱਖ ਹੈ ਤੇ ਉਸ ਨੂੰ ਸਿੱਖ ਧਰਮ ਬਾਰੇ ਉਹਨਾਂ ਨਾਲੋਂ ਵਧੇਰੇ ਜਾਣਕਾਰੀ ਹੈ। ਇਹ ਕਿਤਨੀ ਵਿਰੋਧਾਭਾਸੀ ਗੱਲ ਹੈ ਕਿ ਉਹਦੇ ਮੁੱਖ ਮੰਤਰੀ ਦੇ ਕਾਰਜਕਾਲ ਵਿੱਚ ਹੀ ਪੰਜਾਬ ਵਿੱਚ ਬੇਮਿਸਾਲ ਖੁਸ਼ਹਾਲੀ ਆਈ ਤੇ ਉੱਨਤੀ ਹੋਈ। ਉਹਦੇ ਕਾਰਜਕਾਲ ਵਿੱਚ ਸਿੱਖ ਮੂਲਵਾਦ ਜਾਂ ਕੱਟੜਵਾਦ ਦਾ ਜਨਮ ਹੋਇਆ, ਜਿਸ ਨਾਲ ਸਿੱਖਾਂ ਤੇ ਦੂਸਰੇ ਧਰਮਾਂ ਦੇ ਦੇਸ਼-ਵਾਸੀਆਂ ਨਾਲ ਸਬੰਧਾਂ ਦਾ ਸਾਰਾ ਆਧਾਰ ਹੀ ਬਦਲ ਗਿਆ, ਜਿਸ ਨਾਲ ਪੰਜਾਬ ਦੀ ਹੋਰ ਖੁਸ਼ਹਾਲੀ ਵਿੱਚ ਰੁਕਾਵਟ ਪਈ। ਬਾਕੀ ਅਗਲੇ ਹਿੱਸੇ ਵਿੱਚ।